ना करांगे गज के आखिए जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। माज महला चौथा। हर गुर ज्ञान हर रस हर पाया। मन हर रंग राता हर रस पियाया। हर हर नाम मुख हर हर बोली। मन हर रस टुल टुल पाउंदा जियो। आवो संत मैं गल मिलाइए। मेरे प्रीतम की मैं कथा सुनाइए। हर के संत मिलो मन देवा। जो गुरबाणी मुख चाहुंदा जियो। हर के संत मिलो मन देवा। जो गुरबाणी मुख चाहुंदा जियो। वाहिगुरु। ये पवित्र बचन चौथे पातशाह सोढ़ी सुल्तान छत्र चबर तखत दे मालक हलत पलत के रखियक धन धन श्री गुरु रामदास महाराज जी दे उचारण किए हुए हैं। ये लड़ी जो है सतगुरु चौथे पातशाह जी के शब्दों की चल रही है। जिस तरह कल सतगुरु दस रहे सी सिख नूं किवें अरदास करनी चाहिदी है। सिख नूं गुरु कोल आके की मंगना चाहिदा और वो मिलदा किवें आ। सिख गुरु दे कोल पहुँचदा किवें आ। जिवें कल कह रहे सी सतगुरु हर जन संत मिलो मेरे भाई। मेरा हर प्रभ दसो मैं भुख लगाई। जो किसी चीज़ की भुख पैदा होंदी है फिर बंदा उन्होंने प्राप्त करने की कोशिश करता है। जिन्होंने सच्चे नाम की भुख लगती है उस नाम नूं खोजण की कोशिश करते हैं। फिर नाम के जानकारां नूं मिलते हैं भाव रब के प्यारियां नूं मिलते हैं। बेनती करते आ आओ रब दे प्यारिओ संत जनो गुरमुखो। मैनू भी परमेश्वर दे मिलन की भुख लगी है। मैनू भी मिला दिओ। किवें मिलूगा? दसन वाले कहंदे मिल सतसंग संगत विच जाया करो। बोली हर बाणी उत्थे जाके गुरु दी रब दी बोली बोलो भाव गुरमत अनुसार बोलना। गुरमत अनुसार बोलना संसारी तौर पर भी है ते दरगाही तौर पर गुरबाणी के मुताबिक जीवन बनाना। ते गुरु ही सानू कहनी बहनी रहनी सहनी सिखाउणा करदे हन। इस करके जदों सिख सत्संग विच आउण लग्या गुरु मिलिया गुरु दीयां विचारां सुनिया तो चौथे पातशाह जी ने फिर अगला शब्द उचारण किया जिहड़ा अज आपां सरवण किया। इस शब्द दे विच फिर की प्राप्त होया वो दसदे आ। जद सत्संग विच जीव आया खुद भी उन्हां दी हड्ड बीती है। साडे वास्ते भी उन्हां दा जीवन एक मार्गदर्शन है। कहते जिस वेले मैं सत्संग विच गया गुरु नूं मिलिया। गुरु ने कृपा की मेरे ते। माज महला चौथा। हर गुर ज्ञान हर रस हर पाया। गुरु ने मैनू ज्ञान बख्शिश किया। अज्ञानता विच दुख है ज्ञान विच सुख है। अज्ञानता विच बंदा जहर खांदा पींदा फिरदा है
ਗਿਆਨ ਕਰਕੇ ਉਹ ਜ਼ਹਿਰਾਂ ਨੂੰ ਤਿਆਗ ਕੇ ਅੰਮ੍ਰਿਤ ਪੀਂਦਾ। ਤੋ ਇਸੇ ਤਰ੍ਹਾਂ ਹੀ ਜਦ ਗੁਰੂ ਦੇ ਕੋਲ ਅਸੀਂ ਜਾਵਾਂਗੇ ਤੇ ਆਵਾਂਗੇ ਜਾਂ ਗੁਰੂ ਕੋਲ ਗਿਆਨ ਪ੍ਰਾਪਤ ਕਰਾਂਗੇ ਤੇ ਗੁਰੂ ਦਾ ਗਿਆਨ ਸਾਡੀ ਜ਼ਿੰਦਗੀ ਨੂੰ ਰਸਦਾਇਕ ਬਣਾਉਂਦਾ, ਰਸ ਦਿੰਦਾ। ਜਿਵੇਂ ਪੰਜ ਪਿਆਰਿਆਂ ਕੋਲ ਆਵਾਂਗੇ ਤੇ ਸਾਨੂੰ ਅੰਮ੍ਰਿਤ ਦੀਆਂ ਬੂੰਦਾਂ ਮਿਲਦੀਆਂ, ਜਿਨ੍ਹਾਂ ਨੂੰ ਪ੍ਰਾਪਤ ਕਰਕੇ ਅਸੀਂ ਪੁਰਾਣੀ ਮੱਤ ਛੱਡ ਦੇਣੀ ਆ, ਮਨਮਤ ਸਾਡੀ ਛੁੱਟ ਜਾਣੀ ਆ ਤੇ ਗੁਰਮਤ ਸਾਨੂੰ ਮਿਲਣੀ ਆ, ਉਹਦੇ ਮੁਤਾਬਕ ਚੱਲਣਾ। ਉਹ ਆ ਗਿਆਨ। ਰਸ ਵੀ ਦਿੱਤਾ ਪੰਜ ਪਿਆਰਿਆਂ ਨੇ ਗੁਰੂ ਰੂਪ ਨੇ, ਔਰ ਗਿਆਨ ਵੀ ਦਿੱਤਾ। ਸਤਿਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜਦ ਮੈਂ ਵੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਇਆ, ਸਿੱਖੋ, ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਤਾਂ ਗੁਰੂ ਦੇ ਕੋਲੋਂ ਮੈਨੂੰ ਗਿਆਨ ਪ੍ਰਾਪਤ ਹੋਇਆ। ਕੋਈ ਵੀ ਕੰਮ ਹੈ ਜਿਹੜੇ ਕੰਮ ਦਾ ਸਾਨੂੰ ਗਿਆਨ ਨਹੀਂ ਗਾ, ਤੁਸੀਂ ਉਹ ਕਰ ਨਹੀਂ ਸਕਦੇ। ਸੂਰਜ ਚੜ੍ਹੇ ਦੇ ਵਿੱਚ ਵੀ ਤੁਹਾਡੇ ਵਾਸਤੇ ਹਨੇਰਾ ਹੀ ਆ। ਆਪਾਂ ਕਿਸੇ ਉਸ ਕੰਮ ਨੂੰ ਜਿਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ, ਉਹਦੇ ਕੋਲ ਜਾਂਦੇ ਆ ਜਿਹੜਾ ਉਸ ਕੰਮ ਦੇ ਬਾਰੇ ਜਾਣਦਾ, ਚਾਹੇ ਉਹ ਕਚਹਿਰੀਆਂ ਦੇ ਆ, ਚਾਹੇ ਦਫ਼ਤਰਾਂ ਦੇ ਆ, ਚਾਹੇ ਕਿਤੋਂ ਦਾ ਵੀ ਉਹ ਕੰਮ ਹੈ, ਤੇ ਆਪਾਂ ਉਸ ਦੀ ਸ਼ਰਨ ਵੀ ਜਾਂਦੇ ਆ ਵੀ ਸਾਡਾ ਕੰਮ ਕਰਕੇ ਦੇ। ਇਸੇ ਤਰ੍ਹਾਂ ਜਿਹੜਾ ਇਹ ਨਾਮ ਦਾ ਰਸ ਹੈ, ਗਿਆਨ ਦਾ ਰਸ ਹੈ, ਜੋ ਪਰਮੇਸ਼ਰ ਦੇ ਪਿਆਰ ਦਾ ਰਸ ਹੈ, ਜਿਹੜਾ ਇਹਦਾ ਜਿਹੜਾ ਅਸਥਾਨ ਹੈ, ਇਹਦੀ ਜਿਹੜੀ ਦੁਕਾਨ ਹੈ, ਇਹਦਾ ਜਿਹੜਾ ਮੋਦੀਖਾਨਾ ਹੈ, ਉਹ ਗੁਰੂ ਨਾਨਕ ਦਾ ਘਰ ਹੈ, ਦਰਬਾਰ ਹੈ, ਜਿੱਥੇ ਬੈਠ ਕੇ ਅਸੀਂ ਇਸ ਰਸ ਨੂੰ ਪ੍ਰਾਪਤ ਕਰ ਸਕਦੇ ਹਾਂ। ਚੌਥੇ ਪਾਤਸ਼ਾਹ ਜੀ ਕਹਿੰਦੇ, ਜਦ ਮੈਨੂੰ ਵੀ ਕਿਤੋਂ ਦੱਸ ਪਈ, ਜਿਵੇਂ ਆਪ ਜੀ ਬਾਸਰਕੇ ਦੇ ਇਲਾਕੇ ਦੇ ਵਿੱਚ ਘੁੰਗਣੀਆਂ ਵੇਚਦੇ ਸਨ, ਇੱਕ ਦਿਨ ਦੱਸ ਪਈ ਤਾਂ ਉਹ ਗੋਇੰਦਵਾਲ ਸਾਹਿਬ ਆ ਗਏ। ਗੋਇੰਦਵਾਲ ਸਾਹਿਬ ਆਏ, ਸੰਗਤ ਵਿੱਚ ਮਿਲ ਗਏ, ਸੇਵਾ ਕਰਨੀ ਸ਼ੁਰੂ ਕੀਤੀ, ਤੇ ਇੱਕ ਦਿਨ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੇਠਾਂ ਆ ਗਏ, ਨਜ਼ਰ ਪੈ ਗਈ। ਗੁਰੂ ਨੇ ਫਿਰ ਕੀ ਦਿੱਤਾ? ਹਰੀ ਦਾ ਗਿਆਨ। ਹਰ ਗੁਰ ਗਿਆਨ ਹਰ ਰਸ ਹਰ ਪਾਇਆ। ਜੀ ਗਿਆਨ ਦੇ ਵਿੱਚੋਂ ਮੇਰੀ ਜ਼ਿੰਦਗੀ ਰਸਦਾਇਕ ਬਣ ਗਈ, ਚੰਗੀ ਹੋ ਗਈ। ਵਿਸ਼ੇ ਵਿਕਾਰਾਂ ਦੇ ਵੱਲੋਂ ਮੁੱਖ ਮੁੜ ਗਿਆ, ਔਰ ਨਾਮ ਦੇ ਰਸ ਵਿੱਚ ਜੀਵਾ ਨਾਮ ਦਾ ਰਸ ਲੈਣ ਲੱਗੀ। ਮਨ ਹਰ ਰੰਗ ਰਾਤਾ, ਤੇ ਮਨ ਜਿਹੜਾ ਹਰੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣ ਲੱਗਿਆ। ਹਰ ਰਸ ਪੀ ਆਇਆ। ਗੁਰੂ ਨੇ ਮੈਨੂੰ ਨਾਮ ਦਾ ਰਸ ਦੇਣਾ ਕੀਤਾ, ਹਰੀ ਦਾ ਰਸ ਦੇਣਾ ਕੀਤਾ। ਜਦੋਂ ਮੈਂ ਉਹ ਹਰ ਰਸ ਪੀਤਾ, ਨਾਮ ਦਾ ਰਸ ਪੀਤਾ, ਹਰ ਹਰ ਨਾਮ ਮੁਖ ਹਰ ਹਰ ਬੋਲੇ। ਉਸ ਹਰੀ ਦੇ ਨਾਮ ਨੂੰ ਲੈ ਕਰਕੇ ਮੈਂ ਆਪਣੇ ਮੁਖ ਵਿੱਚ ਪਾਇਆ। ਮੁਖ ਵਿੱਚ ਪਾਉਣਾ, ਵਾਹ ਗੁਰੂ 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 ਵਾਹ ਗੁਰੂ, ਇਹ ਮੁੱਖ ਵਿੱਚ ਪਾਉਣਾ ਹੈ। ਫਿਰ ਮੈਂ ਉਹ ਨਾਮ ਨੂੰ ਜਪਣਾ ਸ਼ੁਰੂ ਕੀਤਾ। ਜਿਹੜੀ ਮੇਰੀ ਜੀਵ ਸੰਸਾਰ ਦੇ ਰਸਾਂ ਨੂੰ ਖਾ ਖਾ ਕੇ ਰੱਜਦੀ ਨਹੀਂ ਸੀ। ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸੇ, ਕੰਨ ਨ ਰੱਜੇ ਰਾਗ ਸੁਨ ਰੋਵਣ ਤੇ ਹਾਸੇ। ਸਾਦੀ ਜੀਵ ਨ ਰੱਜੀਆ। ਇਸ ਤਰ੍ਹਾਂ ਇਹ ਸਾਰੀਆਂ ਸਾਡੀਆਂ ਇੰਦਰੀਆਂ ਰੱਜਦੀਆਂ ਨਹੀਂ। ਭੁੱਖਿਆਂ ਭੁੱਖ ਨਾ ਉਤਰੀ, ਗੱਲ ਹੀ ਨਿਬੇੜ ਦਿੱਤੀ। ਕਈ ਤਰ੍ਹਾਂ ਦੀ ਭੁੱਖ ਬੰਦੇ ਵਿੱਚ ਪੈਦਾ ਹੁੰਦੀ ਹੈ। ਇੰਦਰੀਆਂ ਦੀ ਭੁੱਖ, ਵੇਖਣ ਦੀ, ਸੁਣਨ ਦੀ, ਬੋਲਣ ਦੀ, ਅਨੇਕਾਂ ਤਰ੍ਹਾਂ ਦੀ ਭੁੱਖ ਪੈਦਾ ਹੁੰਦੀ ਹੈ। ਖਾਣ ਪੀਣ ਦੀ, ਜੀਵ ਦੇ ਸਵਾਦਾਂ ਦੀ। ਇਹ ਭੁੱਖ ਓਨਾ ਚਿਰ ਖਤਮ ਨਹੀਂ ਹੁੰਦੀ ਜਿੰਨਾ ਚਿਰ ਨੂੰ ਅਸਲੀ ਖੁਰਾਕ ਨਹੀਂ ਮਿਲਦੀ। ਤੇ ਅਸਲੀ ਖੁਰਾਕ ਹੈ ਪਰਮੇਸ਼ਰ ਦਾ ਨਾਮ। ਭਾਵੇਂ ਕਿ ਸਰੀਰਕ ਭੁੱਖ ਚਾਰ ਪ੍ਰਸ਼ਾਦਿਆਂ ਨਾਲ ਮਿਟ ਜਾਂਦੀ ਆ ਕੁਝ ਸਮੇਂ ਵਾਸਤੇ,
ਪਰ ਜਿਹੜੀ ਜੋੜ ਜਪ ਕਰਨ ਦੀ ਭੁੱਖ ਹੈ, ਸਟੋਰ ਕਰਨ ਦੀ ਭੁੱਖ ਹੈ, ਜਿਹੜੀ ਮੰਤਰੀਆਂ ਸੰਤਰੀਆਂ ਰਾਜਿਆਂ ਦੇ ਵਿੱਚ ਪੈਦਾ ਹੋ ਚੁੱਕੀ ਹੈ, ਉਹ ਨਹੀਂ ਨਾ ਮੁੱਕਦੀ। ਬੰਦਾ ਚਾਰ ਪ੍ਰਸ਼ਾਦੇ ਖਾਂਦਾ ਤੇ ਇੰਨਾ ਜੋੜ ਜੋੜ ਕੇ ਜਨਤਾ ਨੂੰ ਦੁਖੀ ਕਰਤਾ ਕਿ ਉਹਨਾਂ ਦਾ ਪਿਆ ਕੋਠਿਆਂ 'ਚ ਰਹਿ ਜਾਣਾ, ਬੈਂਕਾਂ 'ਚ ਰਹਿ ਜਾਣਾ ਤੇ ਮਰ ਜਾਣਾ। ਦੁਨੀਆ ਦੁਖੀ ਹੋਈ ਜਾਂਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਜੀ ਇਹ ਰੱਜੂ ਕਿਵੇਂ, ਕੁਛ ਕਿਰਪਾ ਕਰੋ। ਤੇ ਪਾਤਸ਼ਾਹ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਤੇ ਆਇਆ। ਜਦੋਂ ਮਨ ਕਰਕੇ ਤਨ ਕਰਕੇ ਇਹ ਗੁਰੂ ਦਾ ਬਖਸ਼ਿਆ ਰਸ ਪੀਤਾ, ਨਾਮ ਦਾ ਰਸ ਪੀਤਾ, ਮਨ ਕਰਕੇ ਤਨ ਕਰਕੇ ਨਾਮ ਜਪਣਾ ਕੀਤਾ, ਤੇ ਫਿਰ ਇਸ ਦੇ ਅੰਦਰ ਉਹ ਨਾਮ ਦਾ ਰਸ ਗਿਆ ਤੇ ਭੁੱਖਾਂ ਖਤਮ ਹੋ ਗਈਆਂ। ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ। ਇਹ ਮਨ ਜਿਹੜਾ ਟਿਕਦਾ ਨਹੀਂ ਸੀ ਹੁਣ ਟਿਕ ਗਿਆ ਹੈ। ਹਰੀ ਦੇ ਨਾਮ ਦਾ ਰੰਗ ਲੱਗ ਗਿਆ ਇਸ ਨੂੰ। ਜਿਹੜਾ ਮਨ ਮੇਰਾ ਭਟਕ ਰਿਹਾ ਸੀਗਾ ਕਦੀ ਉੱਧਰ ਕਦੀ ਉੱਧਰ, ਕਹਿੰਦੇ ਹੁਣ ਇਹ ਨਾਮ ਨਾਲ ਜੁੜ ਗਿਆ। ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵਡਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲਾਗੇ ਦਾਗਾ। ਜਿਨ੍ਹਾਂ ਦੇ ਉੱਤੇ ਨਾਮ ਦਾ ਰੰਗ ਲੱਗ ਗਿਆ ਨਾ, ਉਹਨਾਂ ਨੂੰ ਇਹ ਰੰਗ ਕਦੇ ਵੀ ਲਹਿੰਦਾ ਨਹੀਂ। ਇਹ ਪੱਕਾ ਰੰਗ ਹੈ। ਚੌਥੇ ਪਾਤਸ਼ਾਹ ਜੀ ਇਹ ਗੱਲ ਉਦੋਂ ਦੱਸਦੇ ਆ ਜਦੋਂ ਸਤਸੰਗ ਵਿੱਚ ਆ ਗਏ। ਜਦੋਂ ਚੌਥੇ ਪਾਤਸ਼ਾਹ ਤੀਜੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਆਉਣ ਲੱਗੇ, ਫਿਰ ਪਤਾ ਲੱਗਿਆ ਬਈ ਅਸਲੀ ਤਾਂ ਵਸਤੂ ਇੱਥੇ ਹੈ। ਕਹੋ ਸਤਿਨਾਮ ਸ੍ਰੀ। ਕਹਿੰਦੇ ਹੁਣ ਕੀ ਹਾਲਤ ਹੈ ਮੇਰੀ। ਪਹਿਲਾਂ ਵਾਲੀ ਹਾਲਤ ਵੀ ਦੱਸਦੇ ਆ। ਜਿਸ ਦਿਨ ਗੱਦੀ 'ਤੇ ਬਿਠਾਇਆ, ਤਖਤ 'ਤੇ ਬਿਠਾਇਆ ਚੌਥੇ ਪਾਤਸ਼ਾਹ ਜੀ ਨੂੰ, ਗੁਰੂ ਤੀਜੇ ਪਾਤਸ਼ਾਹ ਜੀ ਨੇ, ਤੇ ਸਭ ਤੋਂ ਪਹਿਲਾ ਬਚਨ ਉਹਨਾਂ ਨੇ ਬਰਾਗ ਵਿੱਚ ਆ ਕੇ ਉਚਾਰਿਆ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੇ ਜਦੋਂ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ, ਰੰਗ ਲੱਗਦਾ ਲੱਗਦਾ ਚੜ੍ਹਦਾ ਚੜ੍ਹਦਾ ਚੜ੍ਹ ਗਿਆ। ਤੇ ਅੱਜ ਫਿਰ ਉਹ ਕਹਿੰਦੇ ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ। ਹੁਣ ਮੈਂ ਹਰੀ ਹਰੀ ਜਪਦਾ ਹਾਂ। ਭਾਵ ਜਿਹੜਾ ਮਰਜੀ ਨਾਮ ਗੁਰਬਾਣੀ 'ਚ ਵਰਤਿਆ ਹੋਵੇ, ਉਹਦੀ ਡਾਇਰੈਕਸ਼ਨ ਅਕਾਲ ਪੁਰਖ ਨਾਲ ਹੀ ਆ। ਪ੍ਰਭੂ ਸ਼ਬਦ ਵੀ ਵਰਤਿਆ, ਹਰੀ ਵੀ ਵਰਤਿਆ, ਹਰ ਵੀ ਵਰਤਿਆ, ਵਾਹਿਗੁਰੂ ਵੀ ਆਇਆ ਸ਼ਬਦ, ਰਾਮ ਰਾਮ ਵੀ ਆਇਆ, ਕ੍ਰਿਸ਼ਨ ਵੀ ਆਇਆ। ਪਰ ਇਹਨਾਂ ਸਾਰਿਆਂ ਸ਼ਬਦਾਂ ਦਾ ਮਕਸਦ ਇੱਕ ਪਰਮੇਸ਼ਰ ਦੀ ਗੱਲ ਕਰਨਾ। ਜਿੱਥੇ ਉਹਨਾਂ ਜਿਨ੍ਹਾਂ ਦਾ ਨਾਮ ਲਿਆ ਉਸ ਪਰਸਨ ਦੀ ਗੱਲ ਕਰਨਗੇ, ਉੱਥੇ ਸਪਸ਼ਟ ਲਿਖਣਗੇ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਉੱਥੇ ਸਪਸ਼ਟ ਹੋ ਗਈ ਗੱਲ ਵੀ ਇਹ ਰਾਮ ਚੰਦਰ ਦੀ ਗੱਲ ਹੈ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਮੈਂ ਹਰੀ ਹਰੀ ਕਰਦਾ, ਭਾਵ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਪੋ, ਜਪਿਆ ਕਰੋ ਨਾਲ, ਕੋਈ ਫਾਇਦਾ ਹੋਵੇ। ਵਾਹ ਗੁਰੂ 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 ਵਾਹ ਗੁਰੂ। ਚੌਥੇ ਪਾਤਸ਼ਾਹ ਜੀ ਕਹਿੰਦੇ ਮੇਰੇ ਮਨ ਨੂੰ ਹੁਣ ਰਸ ਮਿਲ ਗਿਆ ਹੈ। ਉਹ ਰਸ ਲੈਣ ਵਾਸਤੇ ਫਿਰ ਮੈਂ ਜਪਦਾ ਹਾਂ, ਹਰ ਹਰ ਨਾਮ ਮੁਖ ਹਰ ਹਰ ਬੋਲੀ। ਮੈਂ ਹਰੀ ਦੇ ਨਾਮ ਨੂੰ ਆਪਣੇ ਮੁਖ ਵਿੱਚ ਪਾ ਕੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਹੁਣ ਮੇਰਾ ਮਨ ਉਸ ਹਰੀ ਦੇ ਨਾਮ ਨੂੰ ਜਪਦਾ ਹੈ, ਜਿਹਦੇ ਮੇਰੀਆਂ ਸਾਰੀਆਂ ਬਿਮਾਰੀਆਂ ਦਾ ਖਾਤਮਾ ਹੀ ਕਰ ਦੇਣਾ। ਹੋਰ ਤਾਂ ਹੋਰ ਮਾਤ ਲੁਕ ਦੀਆਂ ਹੀ ਨਹੀਂ, ਦਰਗਾਹ ਦੀਆਂ ਜਮਾਂ ਦੀਆਂ ਫਾਂਸੀਆਂ ਵੀ ਕੱਟ ਦੇਣੀਆਂ। ਹਰ ਹਰ ਨਾਮ ਮੁਖ ਹਰ ਹਰ ਬੋਲੀ। ਤੇ ਹੁਣ ਪਤਾ ਅੱਗੇ ਵੀ ਮਨ ਰੱਜਦਾ ਨਹੀਂ ਸੀਗਾ, ਅੱਗੇ ਵੀ ਨਹੀਂ ਸੀ ਰੱਜਦਾ, ਮਾਇਆ ਦੇ ਪਿੱਛੇ ਭੱਜਦਾ ਹੋਇਆ।
ਰੱਜਦਾ ਹੁਣ ਵੀ ਨਹੀਂ ਗਾ। ਹੁਣ ਕਹਿੰਦਾ ਜਿੰਨਾ ਮੈਂ ਵੱਧ ਤੋਂ ਵੱਧ ਜਪ ਲਵਾਂ ਉਨਾ ਹੀ ਥੋੜਾ। ਕੋਈ ਸਤਨਾਮ ਸ੍ਰੀ ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ, ਉਲਟ ਉਲਟ ਕੇ ਫੇਰ ਨਾਮ ਪੀਂਦਾ। ਬਾਰ ਬਾਰ ਉਲਟ ਉਲਟ ਕੇ, ਜਿਸ ਤਰ੍ਹਾਂ ਖੂਹ ਦੀਆਂ ਟਿੰਡਾਂ ਥੱਲਿਓਂ ਪਾਣੀ ਚੱਕਦੀਆਂ, ਬਾਹਰ ਡੋਲ ਕੇ ਫਿਰ ਥੱਲੇ ਚਲੀਆਂ ਜਾਂਦੀਆਂ, ਫਿਰ ਭਰ ਕੇ ਆਉਂਦੀਆਂ। ਐਸਾ ਸਾਡਾ ਮਨ ਜਿਹੜਾ ਹੈ ਟੁੱਲ ਟੁੱਲ ਉਲਟ ਉਲਟ ਕੇ ਭਾਵ ਬਾਰ ਬਾਰ ਵਾਹਿਗੁਰੂ 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 ਦੇ ਨਾਮ ਦੇ ਰਸ ਨੂੰ ਪੀਣਾ ਕਰਦਾ ਹੈ। ਹੁਣ ਮੇਰੇ ਮਨ ਦੀ ਆਦਤ ਬਦਲ ਗਈ ਆ। ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ। ਹੁਣ ਮੇਰਾ ਮਨ ਬਾਰ ਬਾਰ ਉਸ ਰਸ ਨੂੰ ਪ੍ਰਾਪਤ ਕਰਦਾ ਹੈ। ਆਵੋ ਸੰਤ ਮੈਂ ਗਲ ਮੇ ਲਾਈਐ, ਆ ਗੁਰਮੁਖੋ ਮੈਨੂੰ ਗਲੇ ਲਾ ਲਓ, ਮੈਨੂੰ ਆਪਣਾ ਬਣਾ ਲਓ। ਹਾਂ ਤੁਮਰੀ ਕਰੋ ਨਿਤ ਆਸ ਪ੍ਰਭ, ਮੋਹਿ ਕਬ ਗਲ ਲਾਵੋਗੇ। ਕਦੋਂ ਗੁਰੂ ਸਾਨੂੰ ਗਲੇ ਲਾ ਲਵੇ। ਬਹੁਤ ਪਿਆਰਾ ਦੋਸਤ ਮਿੱਤਰ ਜਦ ਮਿਲਦਾ ਤੇ ਅਸੀਂ ਇੱਕ ਦੂਜੇ ਦੇ ਗਲੇ ਲੱਗਦੇ ਹਾਂ। ਜੋ ਦੀਸੈ ਗੁਰਸਿੱਖ ਦਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਅਸੀਂ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ ਗੁਰਮਤਿ ਅਨੁਸਾਰ। ਔਰ ਕਈ ਥਾਵਾਂ 'ਤੇ ਇਹ ਵੀ ਰੀਤ ਹੈ ਕਿ ਇੱਕ ਦੂਜੇ ਨੂੰ ਮਿਲਣ ਵੇਲੇ ਗਲੇ ਲੱਗਦੇ ਆ। ਆਮ ਪਰਿਵਾਰ ਦੇ ਵਿੱਚ ਕੋਈ ਰਿਸ਼ਤੇਦਾਰ ਆਉਂਦਾ, ਇੱਕ ਦੂਜੇ ਨੂੰ ਗਲੇ ਲਾ ਕੇ ਮਿਲਦੇ ਆ। ਦੋ ਦੋਸਤ ਮਿੱਤਰ ਇੱਕ ਦੂਜੇ ਨੂੰ ਗਲੇ ਲਾ ਕੇ ਮਿਲਦੇ ਆ। ਤਾਂ ਗੁਰੂ ਪਿਆਰੋ, ਕਿਉਂਕਿ ਜਿਹੜਾ ਪਿਆਰ ਆ ਉਹ ਹਿਰਦੇ ਵਿੱਚ ਹੈ, ਛਾਤੀ ਵਿੱਚ ਹੈ। ਇਸ ਕਰਕੇ ਗਲੇ ਲਾ ਕੇ ਅਗਲਾ ਛਾਤੀ ਨਾਲ ਲਾਉਂਦਾ ਹੈ। ਜਿਵੇਂ ਕੋਈ ਮਾਂ ਵਿਦੇਸ਼ੋਂ ਆਏ ਪੁੱਤ ਨੂੰ ਘੁੱਟ ਕੇ ਗਲੇ ਲਾਉਂਦੀ ਆ, ਇਸੇ ਤਰ੍ਹਾਂ ਜਦ ਗੁਰੂ ਸਿੱਖ ਨੂੰ ਗਲੇ ਲਾਉਂਦਾ ਹੈ ਤੇ ਇਹ ਤੇ ਦਾਤਾ ਬਖਸ਼ ਦਿੰਦਾ ਹੈ। ਆਓ ਸੰਤ ਮੈਂ ਗਲ ਮੇ ਲਾਈਏ, ਆਓ ਪਰਮੇਸ਼ਰ ਦੇ ਪਿਆਰਿਓ ਮੈਨੂੰ ਗਲੇ ਲਾ ਲਓ, ਮੈਨੂੰ ਆਗਦਾ ਬਣਾ ਲਓ। ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ, ਮੈਨੂੰ ਮੇਰੇ ਮਾਲਕ ਦੀਆਂ ਗੱਲਾਂ ਸੁਣਾਓ। ਕਿਉਂਕਿ ਗੱਲਾਂ ਸੁਣ ਸੁਣ ਕੇ ਵੀ ਆਨੰਦ ਆਉਂਦਾ। ਫਿਰ ਕਹੋ ਸਤਨਾਮ ਸ੍ਰੀ। ਗੱਲਾਂ ਸੁਣ ਸੁਣ ਕੇ ਵੀ ਆਨੰਦ ਆਉਂਦਾ। ਕੋਈ ਆਪਣੇ ਪਿਆਰੇ ਕੋਲੋਂ ਆਇਆ ਹੋਵੇ, ਅਸੀਂ ਉਹਦਾ ਹਾਲ ਚਾਲ ਪੁੱਛਦੇ ਹਾਂ ਔਰ ਉਸ ਦੇ ਜੀਵਨ ਦੀਆਂ ਘਟਨਾਵਾਂ ਬਾਰੇ ਵੀ ਸੁਣਨਾ ਚਾਹੁੰਦੇ ਹਾਂ। ਉੱਥੇ ਕੀ ਕਰਦਾ, ਕਿਹੋ ਜਿਹਾ ਉਹਦਾ ਜੀਵਨ ਕੀ ਕਰਦਾ, ਸਾਨੂੰ ਦੱਸੋ ਉਹਦੇ ਬਾਰੇ। ਕੋਈ ਇਸਤਰੀ ਆਪਣੇ ਪਤੀ ਦੀਆਂ ਮਨਮੋਹਣ ਵਾਲੀਆਂ ਗੱਲਾਂ ਵਾਰ-ਵਾਰ ਸੁਣਨਾ ਚਾਹੁੰਦੀ ਆ। ਇਸੇ ਤਰ੍ਹਾਂ ਹੀ ਸਾਡੀ ਆਤਮਾ ਜਿਹੜੀ ਹੈ ਇਹ ਮਾਲਕ ਦੀਆਂ ਗੱਲਾਂ ਸੁਣ ਸੁਣ ਕੇ ਖੁਸ਼ ਹੁੰਦੀ ਹੈ। ਕਥਾ ਦਾ ਮਤਲਬ ਮਾਲਕ ਦੀਆਂ ਗੱਲਾਂ। ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ, ਇਹ ਸਾਰੀਆਂ ਮਾਲਕ ਦੀਆਂ ਗੱਲਾਂ ਹੀ ਹੈ, ਮਾਲਕ ਦੀਆਂ ਬਾਤਾਂ ਹਨ। ਪ੍ਰੀਤਮ ਜੀ ਕਹਿੰਦੇ ਆਓ ਗੁਰੂ ਪਿਆਰਿਓ ਇਕੱਠੇ ਬੈਠੀਏ। ਗੁਰਮੁਖ ਬੈਸੋ ਸਫਾ ਵਿਛਾਏ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ। ਦੁਬਦਾ ਦੂਰ ਕਰੋ ਲਿਵ ਲਾਏ, ਹਰੀ ਦੇ ਨਾਮ ਨਾਲ ਜੁੜਨਾ ਕਰੋ ਇਕੱਠੇ ਬੈਠ ਕੇ। ਮਨ ਵਿੱਚੋਂ ਦੁਬਦਾ ਕੱਢ ਕੇ ਸਫਾ 'ਤੇ ਬੈਠੋ। ਜਿਵੇਂ ਤੁਸੀਂ ਚਾਦਰਾਂ 'ਤੇ ਬੈਠੇ ਹੋ, ਉਹਨੂੰ ਸਫਾ ਕਹਿੰਦੇ ਆ। ਤੋ ਚਾਦਰਾਂ 'ਤੇ ਦਰੀਆਂ 'ਤੇ ਬੈਠ ਕਰਕੇ ਭਾਵ ਇੱਕੋ ਜਿਹੇ, ਤੁਹਾਡੇ 'ਚ ਕੋਈ ਫਰਕ ਨਹੀਂ ਹੈ। ਸਾਰੀ ਇੱਕ ਪਿਤਾ ਦੇ ਧੀਆਂ ਪੁੱਤਰ ਹਾਂ ਆਪਾਂ। ਕਹੋ ਸਤਨਾਮ ਸ੍ਰੀ। ਗੁਰਮੁਖ ਬੈਸੋ ਸਫਾ ਵਿਛਾਏ, ਦੁਬਦਾ ਦੂਰ ਕਰੋ ਲਿਵ ਲਾਏ। ਆਓ ਮਾਲਕ ਨਾਲ ਜੁੜ ਕੇ ਦੁਬਦਾ ਦੂਰ ਕਰੀਏ। ਪ੍ਰੀਤਮ ਜੀ ਕਹਿੰਦੇ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ, ਮੈਨੂੰ ਮੇਰੇ ਮਾਲਕ ਦੀਆਂ ਗੱਲਾਂ ਸੁਣਾਓ। ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਨਾ, ਤੇ ਭਾਈ ਬਾਲਾ ਜੀ ਉਸ ਤੋਂ ਕਾਫੀ ਸਮਾਂ ਪਹਿਲਾਂ ਪਿੰਡ ਚਲੇ ਗਏ ਸੀ, ਜਦੋਂ ਹਜੇ ਲਹਿਣਾ ਜੀ ਸਤਿਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਸਨ। ਉਸ ਵੇਲੇ ਹਜੇ ਕੋਈ ਅਗਲੀ ਗੁਰਤਾ ਗੱਦੀ ਦੀ ਗੱਲਬਾਤ ਨਹੀਂ ਸੀ, ਪਰ ਇਹ ਤਾਂ ਪਤਾ ਸੀ ਕਿ ਗੁਰਤਾ ਗੱਦੀ ਕਿਸੇ ਨਾ ਕਿਸੇ ਨੂੰ ਦੇਣਗੇ ਅੱਗੇ।
तो जिस वेले गुरता गद्दी दे दी, सतगुरु अंगद देव जी महाराज खडूर साहब बैठ के प्रचार कर लगे सिੱਖੀ ਦਾ। भाई बाला जी अपने पिंड एक दिन सियाने बजुर्गों विच बैठे आ, खुद भी बजुर्ग हो गए वड्डी उम्र दे, और अपने संगियां साथियां विच बैठे न ननकाना साहब। ते एक दिन गल चली बैठे बैठे, यार गुरु नानक देव जी तो ज्योति जोत समा गए, वो अपने थां ते गद्दी किहनूं दे के गए आ? कहंदे यार पता नहीं गा, मैं सुनिया कोई लहना लहना सिख सी उन्हां दा, उस नूं दित्ती आ। ये गल्लां करदियां करदियां भाई बाला जी दा मिलन नूं चित करिया आ भी चलो यार दर्शन करदे आ, गुरता गद्दी किहनूं दित्ती आ। ते उत्थों भाई बाला जी आ गए नानक जी दे घरे। ते घर विच कौन है इस वेले? मेहता कालू नहीं हैगे, माता तृप्ता भी चाले पा गए, एक उन्हां दा चाचा लालू हजे बैठा घर विच, वो शरीर करके है। चाचे लालू कोल आए, हाँ भाई बालिया किवें संधूआ? बाला संधू महाराज बस थोड़े दर्शन करन आए सी। कहंदे बालिया पता लगे नानक जी तो चाले पा गए, कहंदे वो अपने थां ते गद्दी किहनूं दे गए, श्री चंद नूं जां किसी सिख नूं? कहंदे जी पता नहीं, सुनिया किसी सिख नूं दित्ती है। ते भाई चाचा लालू जी कहंदे भी इदां करो फिर, आ मेरे वल्लों भेटा लिजा के उन्होंने मत्था टेको। गुरु अंगद लालू हजी सिख ना पता नहीं कौन है, बस सिख कहंदे भी कि सिख नूं दित्ती आ। कहंदे मेरे वल्लों ये मत्था टेक दिओ ते नाले कह दिओ भी तुसीं किरपा करके नानक दे पुत्रां ते किरपा रखिओ। को सतनाम श्री नानक जी तां ज्योति जोत समा गए, श्री चंद वर्गियां दे औगण ना देखिओ, उन्हां ते भी किरपा रखिओ, जाके मेरे वल्लों बेनती करी। ते भाई बाला जी उत्थों चले ते पहुँच गए खडूर साहब, आ नमस्कार की, मत्था टेकिया, बैठ गए सामने। जो समा लग्या सतगुरु अंगद देव जी कहंदे पुरखा तू कित्थों आया भाई? कहंदा जी सोनू पता ही आ, तुसीं किहड़ा भुल्ले हो? नहीं नहीं फिर भी मैं ननकाना साहब तो आया। अच्छा मेरे मालक दे नगर चों? महाराज तुसीं मालक हो, तुसीं ओहो तुहाडा ही नगर है। अच्छा तू वेखिया मेरे मालक नूं? कहने जी मैं तो मालक दे नाल ही रहा सारी जिंदगी, बस थोड़ा समा पहला मैं पिंड चलिया गया सी, मगरों घटना घट गई, ज्योति जोत समा गए। वो दर्शन नहीं होए मैनूं ज्योति जोत समाउण वेले। अच्छा भाई, कहते गुरु अंगद देव जी गद्दी तो उठे ते उठ के जाके भाई बाले नूं गलवखड़ी च ले लिया, छाती नाल ला लिया, किन्ना चिर घुट के खड़े रहे। तू मेरे प्रीतम दे दर्शन कीते आ, मैनूं तेरे दर्शन हो गए। कहो सतनाम श्री। तू उन्हां दे नाल रहा, उन्हां दे जीवन दीयां कथा कहानियां सुना मैनूं। कहो सतनाम श्री। मेरे प्रीतम की मैं कथा सुनाई है भाई बालिया, तू तो उन्हां दे जीवन नूं देखिया? हाँ महाराज साडी बराबर जी उम्र सी, बस वो पहला चाले पा गई, असीं अजे बैठे हैं। कोई गल नहीं, तेरा बैठना भी चंगा होया। तुसीं उन्हां दे नाल किन्ना कुछ चिर रहे? महाराज साडी उम्र का 3 साल का फर्क है। एक भाई मरदाना हुंदा सी, वो पहला शरीर छड्ड गया, फिर पातशाह ज्योति जोत समा गए, मैं हजे बैठा। अच्छा तुसीं नाल रहे? आ महाराज उन्होंने 4 उदासियां लाइयां, मैं उदासियां विच उन्हां नाल रहा। जदों करतारपुर वस गया
ਤੁਹਾਡੇ ਜਾਣ ਤੋਂ ਥੋੜ੍ਹਾ ਚਿਰ ਪਹਿਲਾਂ ਮੈਂ ਪਿੰਡ ਆ ਗਿਆ ਸੀ। ਕੋਈ ਸਤਨਾਮ ਸੀ। ਜਦੋਂ ਕਰਤਾਰਪੁਰ ਰੁਕ ਗਏ ਉਹ, ਮੈਂ ਫਿਰਿਆ ਪਿੰਡ ਆ ਗਿਆ। ਅੱਛਾ ਭਾਈ, ਫਿਰ ਤਾਂ ਤੂੰ ਮੈਨੂੰ ਉਹਨਾਂ ਦੇ ਬਾਰੇ ਸੁਣਾਉਣਾ ਕਰ, ਉਹਨਾਂ ਦੀ ਗੱਲਬਾਤ ਸੁਣਾ। ਉਹਨਾਂ ਦਾ ਜਨਮ ਕਿਵੇਂ ਹੋਇਆ ਮੇਰੇ ਮਾਲਕ ਦਾ। ਲਹਿਣਾ ਜੀ ਪੁੱਛਦੇ ਆ, ਗੁਰੂ ਅੰਗਦ ਦੇਵ ਜੀ ਜੋ ਬਣ ਚੁੱਕੇ ਆ ਹੁਣ, ਉਹ ਪੁੱਛਦੇ ਆ ਉਹਨਾਂ ਦਾ ਜਨਮ ਦੀ ਘਟਨਾ ਸੁਣਾ। ਕੋਈ ਜਨਮ ਕਿਵੇਂ ਹੋਇਆ ਉਹਨਾਂ ਦਾ, ਜਦੋਂ ਜਨਮ ਹੋਇਆ ਉਦੋਂ ਕੋਈ ਘਟਨਾ ਘਟੀ, ਕੀ ਸਮਾਂ ਸੀ, ਕੀ ਡੇਟ ਆਫ ਬਰਥ ਸੀ ਉਹਨਾਂ ਦੀ। ਕਹਿੰਦੇ ਜੀ ਦੇਖੋ, ਮਹਿਤਾ ਕਾਲੂ ਜੀ ਨੇ ਉਹ ਜਨਮ ਪੱਤਰੀ ਲਿਖਵਾਈ ਸੀ। ਉਦੋਂ ਪੰਡਤ ਲਿਖਿਆ ਕਰਦੇ ਸੀ, ਕਿਉਂਕਿ ਇਹਨਾਂ ਕੋਲ ਵਿੱਦਿਆ ਸੀ, ਇਹੀ ਪੜ੍ਹੇ ਲਿਖੇ ਸੀਗੇ। ਇਹ ਲਿਖ ਕੇ ਦੇ ਦਿੰਦੇ ਕਿਹੜੀ ਡੇਟ ਸੀ, ਕਿਹੜਾ ਦਿਨ ਸੀ, ਕਿਹੜੇ ਸਾਲ ਸੀ। ਉਹ ਚਿੱਠੀ ਕਾਗਜ਼ ਸਾਂਭ ਕੇ ਰੱਖ ਲੈਂਦਾ। ਤੇ ਜਿਸ ਵੇਲੇ ਬਾਬੇ ਨਾਨਕ ਦਾ ਜਨਮ ਹੋਇਆ ਤੇ ਪੰਡਤ ਹਰਦਿਆਲ ਨੇ ਲਿਖੀ ਸੀ ਚਿੱਠੀ। ਉਹ ਜਨਮ ਪੱਤਰੀ ਦਾ ਮਤਲਬ ਕੋਈ ਕਰਮਕਾਂਡ ਨਹੀਂ, ਇਹਦਾ ਮਤਲਬ ਹੈ ਜਿਵੇਂ ਅੱਜ ਵੀ ਆਪਾਂ ਸਰਟੀਫਿਕੇਟ ਬਣਾਉਣੇ ਆ ਹਸਪਤਾਲ 'ਚੋਂ ਬੱਚੇ ਦੇ ਜਨਮ ਦਾ, ਪਹਿਲਾਂ ਵੀ ਇੱਦਾਂ ਲਿਖਾਉਂਦੇ ਸੀ। ਕਹਿੰਦੇ ਵੀ ਉਹ ਡੇਟ ਕੀ ਸੀ। ਦੇਖੋ ਜੀ, ਪੱਕੀ ਡੇਟ ਤਾਂ ਮੇਰੇ ਕੋਲ ਹੈ ਨਹੀਂ ਗੀ। ਬਾਲਾ ਜੀ ਕਹਿੰਦੇ ਜੇ ਪੱਕੀ ਜਾਣਨੀ ਹੈ ਤੇ ਫਿਰ ਮੈਨੂੰ ਨਨਕਾਣਾ ਸਾਹਿਬ ਜਾਣਾ ਪਊ ਤੇ ਮੇਰੇ ਨਾਲ ਕੋਈ ਸਿੱਖ ਭੇਜੋ, ਤੇ ਅਸੀਂ ਉਹ ਜਿਹੜੀ ਜਨਮ ਪੱਤਰੀ ਹੈ, ਡੇਟ ਆਫ ਬਰਥ ਦਾ ਉਹ ਕਾਗਜ਼ ਹੈ ਜਿਹੜਾ, ਅਸੀਂ ਜਾ ਕੇ ਉੱਥੋਂ ਲੈ ਆਉਣੇ ਆ। ਕਹਿੰਦੇ ਜਾ ਫਿਰ ਬਾਲਿਆ, ਪਹਿਲਾਂ ਉਹ ਹੀ ਲੈ ਕੇ ਆ, ਫਿਰ ਆਪਾਂ ਸਾਰੀ ਗੁਰੂ ਦੀ ਜੀਵਨੀ ਨਾ ਲਿਖਾਂਗੇ, ਇਕੱਲੀ ਸੁਣਨੀ ਨਹੀਂ, ਤਾਂ ਕਿ ਆਉਣ ਵਾਲੀਆਂ ਸੰਗਤਾਂ ਨੂੰ ਵੀ ਪਤਾ ਲੱਗੇ ਸਾਡੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਕੌਣ ਸਨ, ਕਿੱਥੇ ਸਨ, ਕਿਵੇਂ ਆਏ ਦੁਨੀਆ ਵਿੱਚ, ਕੀ ਕੁਝ ਕੀਤਾ ਸਾਡੇ ਵਾਸਤੇ। ਤਾਂ ਫਿਰ ਲਹਿਣਾ ਜੀ ਦੇ ਕੋਲੋਂ ਮਿਲ ਕੇ ਭਾਈ ਬਾਲਾ ਜੀ ਅਤੇ ਇੱਕ ਹੋਰ ਸਿੱਖ ਹੈ, ਉਹ ਸੇਠ ਸੀਗਾ, ਇਹਨਾਂ ਦੀ ਸ਼ਰਨ 'ਚ ਆਇਆ ਸੀ, ਭਗੀਰਥ। ਇਹ ਦੋਨੇ ਜਣੇ ਫਿਰ ਭਾਈ ਚਾਚਾ ਲਾਲੂ ਦੇ ਘਰ ਆਏ ਤੇ ਚਾਚੇ ਲਾਲੂ ਨੂੰ ਆ ਕੇ ਦੱਸਿਆ ਜੀ ਗੁਰਤਾ ਗੱਦੀ ਤੇ ਲਹਿਣਾ ਜੀ ਬੈਠੇ ਆ, ਗੁਰੂ ਅੰਗਦ ਦੇਵ ਉਹਨਾਂ ਦਾ ਨਾਮ ਹੈ ਹੁਣ। ਅੱਛਾ ਭਾਈ, ਕਿਵੇਂ ਆਉਣਾ ਹੋਇਆ? ਹੁਣ ਅਸੀਂ ਇਸ ਕਰਕੇ ਆਏ ਆ ਚਾਚਾ, ਬਈ ਜਿਹੜੀ ਨਾਨਕ ਦੀ ਜਨਮ ਪੱਤਰੀ ਲਿਖਾਈ ਸੀ ਨਾ ਹਰਦਿਆਲ ਪੰਡਤ ਤੋਂ, ਉਹ ਕਾਗਜ਼ ਚਾਹੀਦਾ ਸਾਨੂੰ। ਉਹਨਾਂ ਨੇ ਮੰਗਾਇਆ, ਉਹਨਾਂ ਨੇ ਪੱਕੇ ਤੌਰ 'ਤੇ ਲਿਖਤ ਰੱਖਣੀ ਹੈ। ਅੱਛਾ, ਫਿਰ ਭਾਈ ਮੈਨੂੰ ਤਾਂ ਪਤਾ ਨਹੀਂ ਕਿੱਥੇ ਪਈ ਆ, ਮੈਂ ਤਾਂ ਬੁੱਢਾ ਹੋ ਗਿਆ, ਮੰਜੇ 'ਤੇ ਬੈਠਾ। ਕਹਿੰਦੇ ਚਾਚਾ ਥੋੜ੍ਹੀ ਜਿਹੀ ਹਿੰਮਤ ਕਰ। ਕਹਿੰਦਾ ਭਾਈ ਉਹ ਮਹਿਤਾ ਕਾਲੂ ਦੀਆਂ ਗ੍ਰੰਥ ਪਏ ਨੇ, ਸਾਰੇ ਕਾਗਜ਼ ਪਏ ਆ ਪਟਵਾਰਖਾਨੇ ਵਾਲੇ, ਪਟਵਾਰ ਦਾ ਕੰਮ ਸੀ ਨਾ, ਉਹ ਪਟਵਾਰਖਾਨੇ ਵਾਲੇ ਕਾਗਜ਼ ਪਏ ਨੇ ਸਾਰੇ, ਉਹਨਾਂ ਨੂੰ ਫਰੋਲ ਲਓ, ਕਿਤੇ ਨਾ ਕਿਤੇ ਪਈ ਹੋਣੀ ਆ। ਕਹਿੰਦੀ ਉਹ ਕਿਤਾਬਾਂ ਦਾ ਹੁਣ ਕੋਠਾ ਭਰਿਆ ਪਿਆ ਸੀ, ਪਟਵਾਰੀਆਂ ਦੀਆਂ ਕਿਤਾਬਾਂ ਕਿੰਨੀਆਂ ਹੁੰਦੀਆਂ, ਉਹ ਸਾਰੀਆਂ ਕਿਤਾਬਾਂ ਨੂੰ ਫਰੋਲਦਿਆਂ 5 ਦਿਨ ਲੱਗ ਗਏ। 5ਵੇਂ ਦਿਨ ਜਾ ਕੇ ਉਹ ਕਾਗਜ਼ ਲੱਭੇ ਆ। ਫਿਰ ਉਹ ਪੱਤਰੀ ਲੈ ਗਏ। ਫਿਰ ਬਾਲਾ ਜੀ ਵਿੱਚੋਂ ਵਿੱਚੋਂ ਘਟਨਾਵਾਂ ਸੁਣਾਉਣ ਲੱਗੇ। ਤਾਂ ਇੱਕ ਦਿਨ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਭਾਈ ਬਾਲਿਆ ਆਏ ਨਹੀਂ, ਤੂੰ ਮੈਨੂੰ ਨਾ ਸਿਰੇ ਤੋਂ ਲੈ ਕੇ ਸੁਣਾ, ਤੇ ਸਾਰੀ ਆਪਾਂ ਨੋਟ ਕਰਾਂਗੇ, ਇਹ ਗੱਲ ਸਾਰੀ ਲਿਖਾਂਗੇ। ਤੇ ਗੁਰੂ ਪਿਆਰਿਓ, ਉਸ ਵੇਲੇ ਫਿਰ ਭਾਈ ਬਾਲੇ ਦੇ ਨਾਲ ਮੋਖਾ ਪੈੜਾ ਨਾਮ ਦਾ ਇੱਕ ਸਿੱਖ ਹੈ, ਪੜ੍ਹਿਆ ਲਿਖਿਆ, ਉਹਨੂੰ ਵੀ ਨਾਲ ਭੇਜਿਆ ਸੀਗਾ ਵੀ ਤੂੰ ਪੜ੍ਹਿਆ ਲਿਖਿਆ, ਤੂੰ ਲੱਭ ਕੇ ਲਿਆਈ। ਤੇ ਉਹ ਚਿੱਠੀ, ਉਹ ਕਿਉਂਕਿ ਉਸ ਵੇਲੇ ਫਾਰਸੀ ਸੰਸਕ੍ਰਿਤ ਹੁੰਦੀ ਸੀ ਇਹਨਾਂ ਦੀ ਲਿਖੀ ਹੋਈ, ਹਿੰਦੂ ਮਤ ਦੇ ਬ੍ਰਾਹਮਣਾਂ ਦੀ, ਉਹ ਸੰਸਕ੍ਰਿਤ ਜਾਣਦਾ ਸੀਗਾ। ਉਸ ਨੇ ਉਹ ਕਾਗਜ਼ਾਂ ਵਿੱਚੋਂ ਕਾਗਜ਼ ਲੱਭ ਲਿਆ। ਮੋਖਾ ਪੈੜਾ ਤੇ ਭਾਈ ਬਾਲਾ ਲੈ ਕੇ ਵਾਪਸ ਆ ਗਏ। ਤੇ ਭਾਈ ਬਾਲੇ ਨੂੰ ਗੁਰੂ ਅੰਗਦ ਦੇਵ ਜੀ ਕਹਿੰਦੇ ਵੀ ਆਇਆ ਕਰ ਹੁਣ ਸੁਣਾ। ਉਹਨਾਂ ਨੇ ਵਿੱਚੋਂ ਵਿੱਚੋਂ ਸੁਣਾਈਆਂ, ਕਹਿੰਦੇ ਆਏ ਨਹੀਂ, ਤੂੰ ਐਂ ਕਰ ਹੁਣ ਤੂੰ ਜਨਮ ਤੋਂ ਸ਼ੁਰੂ ਕਰ ਦੇ। ਤੇ ਮੋਖੇ ਪੈੜੇ ਦੀ ਡਿਊਟੀ ਲਾਈ ਵੀ ਤੂੰ ਲਿਖਦਾ ਜਾ। ਤੇ ਮੋਖਾ ਪੈੜਾ ਜਿਹੜਾ ਲਿਖਣ ਲੱਗਿਆ, ਭਾਈ ਬਾਲਾ ਜੀ ਸੁਣਾਉਣ ਲੱਗਿਆ। ਤੇ ਕਹਿੰਦੇ ਸੁਣਦੇ ਸੁਣਦੇ ਕਈ ਵਾਰੀ ਤਾਂ ਗੁਰੂ ਅੰਗਦ ਦੇਵ ਜੀ ਦਾ ਧਿਆਨ ਜੁੜ ਜਾਂਦਾ, ਇੱਕ ਵਾਰੀ ਤਾਂ 8 ਦਿਨ ਧਿਆਨ ਨਹੀਂ ਖੋਲ੍ਹਿਆ। ਕਹੋ ਸਤਨਾਮ ਸਿੰਘ। ਐਸੇ ਬਰਾਗ ਵਿੱਚ ਚਲੇ ਗਏ, ਆਪਣੇ ਮਾਲਕ ਦੀਆਂ ਗੱਲਾਂ ਸੁਣਦੇ ਸੁਣਦੇ
8 ਦਿਨ ਧਿਆਨ ਦੇ ਵਿੱਚ ਹੀ ਬੈਠੇ ਰਹੇ। ਆਵੋ ਸੰਤ ਮੈਂ ਗਲ ਮਿਲਾਈਐ। ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਰੱਬ ਦੇ ਪਿਆਰਿਆਂ ਗੁਰਮੁਖਾਂ ਦੀ ਗੱਲ ਕਰਦੇ ਆ, ਜਿਨ੍ਹਾਂ ਦੇ ਕੋਲੋਂ ਸਾਨੂੰ ਪਰਮੇਸ਼ਰ ਦੀ ਦੱਸ ਪੈਣੀ ਹੈ। ਉਹਨਾਂ ਨੂੰ ਗੁਰੂ ਅਮਰਦਾਸ ਜੀ ਕੋਲੋਂ ਦੱਸ ਪਈ, ਸਾਨੂੰ ਗੁਰਬਾਣੀ ਵਿੱਚੋਂ ਦੱਸ ਪੈ ਰਹੀ ਆ, ਸਮਝ ਆ ਰਹੀ ਆ। ਔਰ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਅੱਜ ਵੀ ਹੈ, ਜਿਨ੍ਹਾਂ ਦੀ ਸੰਗਤ ਕਰਕੇ ਅਸੀਂ ਜਾਣ ਸਕਦੇ ਹਾਂ। ਤੇ ਉਸ ਵੇਲੇ ਗੁਰੂ ਅੰਗਦ ਦੇਵ ਜੀ ਬਾਬਾ ਬਾਲਾ ਜੀ ਦੇ ਕੋਲੋਂ ਗੁਰੂ ਨਾਨਕ ਦੇਵ ਜੀ ਦੀ ਸਾਰੀ ਜੀਵਨੀ ਸੁਣਦੇ ਆ, ਜਿਹਨੂੰ ਅਸੀਂ ਸਾਖੀ ਭਾਈ ਬਾਲੇ ਵਾਲੀ ਕਹਿੰਦੇ ਹਾਂ। ਕੋ ਸਤਨਾਮ ਸ੍ਰੀ। ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ। ਤੇ ਜਿਸ ਵੇਲੇ ਗੁਰੂ ਅੰਗਦ ਜੀ ਕਿਹਾ ਨਾ ਮੈਨੂੰ ਕਹਾਣੀ ਸੁਣਾ ਗੁਰੂ ਨਾਨਕ ਪਾਤਸ਼ਾਹ ਦੀ ਜੀਵਨੀ, ਕਹਿੰਦੇ ਜੀ ਤੁਹਾਡੀ ਗੱਲ ਸੋਨੂੰ ਕੀ ਸੁਣਾਵਾਂ, ਕਿਉਂਕਿ ਜੋ ਤੋਹਾ ਜੁਗਤ ਸਾਏ ਸਹਿਕਾਇਆ, ਫਿਰ ਪਲਟੀਆ ਸਰੀਰ ਬਦਲਿਆ ਨਾ, ਵਿੱਚ ਤਾਂ ਉਹੀ ਨਾਨਕ ਬੈਠਾ ਹੈ ਜਿਹੜਾ ਪਹਿਲੇ ਜਾਮੇ ਸੀ ਹੁਣ ਦੂਜੇ 'ਚ ਆ ਗਿਆ, 10 ਜਾਮਿਆਂ 'ਚ ਵਰਤ ਗਿਆ, ਹੁਣ ਉਹੀ ਸੂਖਮ ਹੋ ਕੇ ਸ਼ਬਦ ਹੋ ਗਿਆ। ਵਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਭਾਈ ਬਾਲਾ ਜੀ ਹੱਸੇ, ਕਹਿੰਦੇ ਮਹਾਰਾਜ ਤੁਹਾਡੀਆਂ ਕਹਾਣੀਆਂ ਹੁਣ ਤੁਹਾਨੂੰ ਹੀ ਸੁਣਾਵਾਂ। ਕਹਿੰਦੇ ਨਹੀਂ ਪਾਲਿਆ, ਇਹ ਭਾਵੇਂ ਮੇਰੇ ਮਾਲਕ ਦੀਆਂ ਕਹਾਣੀਆਂ ਤੂੰ ਜਾਣਦਾ, ਦੁਨੀਆ ਨਹੀਂ ਜਾਣਦੀ। ਇਹ ਸਾਰੀ ਜੀਵਨੀ ਆਪਾਂ ਲਿਖ ਕੇ ਰੱਖਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਯਾਦ ਰਹੇ ਕਿ ਸਾਡਾ ਮਾਲਕ ਕੌਣ ਸੀ, ਕੈਸਾ ਹੈ। ਲਿਖੇ ਬਾਝੋ ਸੁਰਤ ਨਾਹੀ, ਬੋਲ ਬੋਲ ਗਵਾਈ ਹੈ। ਤੂੰ ਸੁਣਾਈ ਜਾਂਦਾ, ਮੈਂ ਸੁਣੀ ਜਾਂਦਾ, ਇਹ ਫਿਰ ਭੁੱਲ ਜਾਵਾਂਗੇ। ਆਪਾਂ ਲਿਖ ਹੀ ਲਈਏ। ਤੇ ਮੋਖਾ ਪੈੜਾ ਲਿਖਣ ਲੱਗਿਆ। ਭਾਈ ਬਾਲਾ ਰੋਜ਼ਾਨਾ ਸੁਣਾਉਂਦੇ ਆ। ਮੇਰੇ ਪ੍ਰੀਤਮ ਜੀ ਕਹਿੰਦੇ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ, ਹਰ ਕੇ ਸੰਤ ਮਿਲੋ ਮਨ ਦੇਵਾ। ਇਸ ਕਥਾ ਦੇ ਵੱਤੇ ਭੇਟਾ ਕੀ ਦਿਓਗੇ? ਕੁਛ ਨਾ ਕੁਛ ਤਾਂ ਦੇਣਾ ਚਾਹੀਦਾ ਨਾ। ਜੇ ਕੋਈ ਰੱਬ ਦੀ ਗੱਲ ਸੁਣਾਵੇ, ਭੇਟਾ ਕੀ ਦਿਓਗੇ? ਤੇ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਮਨ ਹੀ ਤੁਹਾਨੂੰ ਦੇ ਦਿਆਂਗਾ। ਕੋਈ ਸਤਨਾਮ ਸੀ। ਮੈਨੂੰ ਮੇਰੇ ਮਾਲਕ ਦੀ ਗੱਲ ਸੁਣਾਓ, ਮੈਂ ਤੁਹਾਡੇ ਤੋਂ ਕੁਰਬਾਨ ਜਾਵਾਂਗਾ, ਬਲਿਹਾਰੇ ਜਾਵਾਂਗਾ। ਹਰ ਕੇ ਸੰਤ ਮਿਲੋ ਮਨ ਦੇਵਾਂ, ਮੈਂ ਉਹਨਾਂ ਨੂੰ ਆਪਣਾ ਮਨ ਸੌਂਪ ਦੇਵਾਂ। ਭਾਵ ਆਪਣੀ ਮਨਮਤ ਛੱਡ ਕੇ ਮੈਂ ਉਹਨਾਂ ਦੀ ਗੱਲ ਮੰਨਾਂ ਗੁਰਮਤਿ ਅਨੁਸਾਰ। ਕੋ ਸਤਨਾਮ ਸੀ। ਜੋ ਗੁਰਬਾਣੀ ਮੁਖ ਚਾਹੁੰਦਾ ਜੀਓ, ਜਿਹੜਾ ਗੁਰਬਾਣੀ ਦਾ ਰਸ ਮੇਰੇ ਮੂੰਹ ਵਿੱਚ ਪਾਉਂਦਾ ਹੈ। ਕਿਸੇ ਪਿਆਸੇ ਮਰਦੇ ਨੂੰ ਪਾਣੀ ਪਿਆ ਦਿਓ ਤਾਂ ਜ਼ਿੰਦਗੀ ਬਚਾਉਣ ਦੇ ਬਰਾਬਰ ਹੈ। ਕੋਈ ਸਤਨਾਮ ਸੀ, ਉਹਨੂੰ ਜਾਨ ਦੇਤੀ ਦੁਬਾਰਾ। ਆ ਕਰੋਨਾ ਵਾਲਿਆਂ ਨੂੰ ਹੁਣ ਸਾਹ ਨਹੀਂ ਆਉਂਦਾ ਤੇ ਉਹਨਾਂ ਨੂੰ ਜਿਹੜਾ ਗੈਸ ਆਪਣਾ ਦੇ ਦਿੰਦਾ ਆਕਸੀਜਨ, ਉਹ ਵੀ ਧੰਨਵਾਦ ਕਰਦੇ ਹੀ ਹੋਣਗੇ ਵੀ ਸ਼ੁਕਰ ਹੈ ਸਾਹ ਠੀਕ ਹੋ ਗਿਆ, ਆਕਸੀਜਨ ਮਿਲ ਗਈ। ਕੋ ਸਤਨਾਮ ਸੀ। ਪਰ ਜਿਸ ਪਰਮੇਸ਼ਰ ਨੇ ਪਹਿਲਾਂ ਦਿੱਤੀ ਉਹਦਾ ਕਦੇ ਸ਼ੁਕਰੀਆ ਨਹੀਂ ਕੀਤਾ, ਲੱਗਦਾ ਕਦੇ ਨਹੀਂ ਕੀਤਾ। ਫ੍ਰੀ ਦੀ ਆਕਸੀਜਨ ਲੈ ਰਹੇ ਆ ਜਿਹੜੇ ਆਪਾਂ ਸਵਾਸਾਂ ਦੇ ਰਾਹੀਂ। ਹੁਣ ਪਤਾ ਲੱਗਿਆ ਇਹਦਾ ਕੀ ਭਾਅ ਮਿਲਦੀ ਹੈ ਹਸਪਤਾਲਾਂ 'ਚੋਂ। ਕੋ ਸਤਨਾਮ ਸੀ। ਭਾਵ ਪਰਮੇਸ਼ਰ ਨੇ ਬੜੀ ਕਿਰਪਾ ਕੀਤੀ ਸਾਡੇ ਤੇ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਤੈਨੂੰ ਜੀਵਨ ਦਿੱਤਾ। ਜਿਨ ਦੀਆ ਤੁਧ ਪਵਨ ਅਮੋਲਾ, ਜਿਹਨੇ ਤੈਨੂੰ ਬਹੁਮੁੱਲੀ ਹਵਾ ਦਿੱਤੀ ਸਾਹ ਲੈਣ ਵਾਲੀ, ਆਕਸੀਜਨ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਹਨੇ ਤੈਨੂੰ ਪਵਿੱਤਰ ਜਲ ਦਿੱਤਾ। ਜਿਨ ਦੀਆ ਤੁਧ ਪਾਵਕ ਬਲਨਾ, ਤੈਨੂੰ ਅੱਗ ਦਿੱਤੀ। ਅੱਗ ਦੀ ਵੀ ਲੋੜ ਆ। ਜੇ ਅੱਗ ਕੰਟਰੋਲ 'ਚ ਰਹੇ ਤੇ ਕੰਮ ਕਰਦੀ ਆ, ਜੇ ਕੰਟਰੋਲ 'ਚੋਂ ਨਿਕਲ ਜੇ ਤੇ ਸਾੜ ਵੀ ਦਿੰਦੀ ਆ। ਵੈਸੇ ਦਿੱਤੀ ਤਾਂ ਸਾਨੂੰ ਕੰਮ ਦੇ ਵਾਸਤੇ ਹੀ ਆ। ਕੋਈ ਸਤਨਾਮ ਸੀ। ਜਿਨ ਦੀਆ ਤੁਧ ਪਾਵਕ ਬਲਨਾ, ਤਿਸ ਠਾਕਰ ਕੀ ਰਹੋ ਮਨ ਸਰਨਾ। ਜਿਨ ਦੀਏ ਤੁਧ ਭਰਾਤ ਪੁੱਤ ਹਾਰੀ, ਜਿਹਨੇ ਤੈਨੂੰ ਮਾਂ ਪਿਓ ਦਿੱਤਾ, ਭੈਣ ਭਰਾ ਦਿੱਤੇ, ਫਿਰ ਧੀਆਂ ਪੁੱਤਰ ਦਿੱਤੇ। ਹਾਰੀ ਕਹਿੰਦੇ ਆ ਘਰ ਵਾਲੀ ਨੂੰ, ਤੈਨੂੰ ਘਰ ਵਾਲੀ ਦਿੱਤੀ।
ਉਸ ਨੂੰ ਕਿਉਂ ਨਹੀਂ ਯਾਦ ਕਰਦਾ? ਇਹ ਰੋਜ਼ ਸੁਖਮਨੀ ਸਾਹਿਬ 'ਚ ਪੜ੍ਹਦੇ ਆ, ਯਾਦ ਕਰਾਉਂਦੇ ਆ ਰੋਜ਼ ਸਾਨੂੰ ਗੁਰੂ ਸਾਹਿਬ ਬਾਣੀ 'ਚੋਂ। ਪ੍ਰੀਤਮ ਜੀ ਕਹਿੰਦੇ ਆਓ ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਓ। ਜਿਵੇਂ ਕੋਈ ਪਿਆਸੇ ਦੇ ਮਰਦੇ ਦੇ ਮੂੰਹ ਵਿੱਚ ਆਪਾਂ ਪਾਣੀ ਪਾ ਦਈਏ, ਇਹ ਗੁਰਬਾਣੀ ਸਾਡੀ ਜ਼ਿੰਦਗੀ ਆ। ਇਸ ਤਰ੍ਹਾਂ ਕਹੋ ਸਤਿਨਾਮ, ਸਾਡੇ ਕੰਨਾਂ ਰਾਹੀਂ ਅੰਦਰ ਜਾਂਦੀ ਆ। ਬੜ ਭਾਗੀ ਹਰ ਸੰਤ ਮਿਲਾਇਆ। ਰਾਮਦਾਸ ਜੀ ਕਹਿੰਦੇ ਮੈਂ ਚਾਹੁੰਦਾ ਸੀਗਾ ਕੋਈ ਮੇਰੇ ਮੂੰਹ ਵਿੱਚ ਨਾਮ ਦਾ ਰਸ ਪਾ ਦੇ, ਮੇਰੇ ਕੰਨ ਵਿੱਚ ਨਾਮ ਦਾ ਰਸ ਘੋਲ ਦੇਵੇ। ਹਰੀ ਨੇ ਕਿਰਪਾ ਕੀਤੀ, ਮੇਰੇ ਵੱਡੇ ਭਾਗ ਸੀ ਕੁਸੋਂ ਨੇ ਕਿਰਪਾ ਕੀਤੀ, ਆਪਦੇ ਪਿਆਰੇ ਦਾ ਮਿਲਾਪ ਕਰਾਤਾ, ਸੰਤਾਂ ਦਾ ਮਿਲਾਪ ਕਰਾਤਾ। ਕੋ ਸਤਿਨਾਮ। ਵੈਸੇ ਸੰਤ ਸ਼ਬਦ ਨਹੀਂ ਮਾੜਾ, ਜਿਨ੍ਹਾਂ ਨੇ ਇਹਨੂੰ ਗਲਤ ਵਰਤੋਂ ਕੀਤਾ, ਦੁਰਵਰਤੋਂ ਕੀਤੀ, ਮਿਸਯੂਜ ਕੀਤਾ, ਮਾੜੇ ਉਹ ਹੈ। ਸੰਤ ਸ਼ਬਦ ਨਹੀਂ ਮਾੜਾ। ਪਰਮੇਸ਼ਰ ਦੇ ਪਿਆਰਿਆਂ ਦੀ ਤਪੱਸਿਆ ਭਗਤੀ ਕਰਕੇ ਇਹ ਦੁਨੀਆ ਖੜੀ ਆ। ਕੋ ਸਤਿਨਾਮ। ਉਹਨਾਂ ਨੂੰ ਭੇਜਣ ਵਾਲਾ ਪਰਮੇਸ਼ਰ ਹੀ ਆ। ਕਹਿੰਦਾ ਜਾਓ ਜਾ ਕੇ ਦੱਸੋ ਕਿ ਮੈਂ ਤੁਹਾਡੇ ਨਾਲ ਹੀ ਆ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਤੇ ਕੈਸੇ ਸੰਤ ਹਨ? ਕੋਈ ਡੈਫੀਨੇਸ਼ਨ ਜਾਣਕਾਰੀ ਉਹਨਾਂ ਦੇ ਲੱਛਣ ਕੋਈ? ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਤੇ ਗੁਰੂ ਰਾਮਦਾਸ ਜੀ ਨੂੰ ਕਿਹੜਾ ਸੰਤ ਮਿਲਿਆ? ਸਤਿਗੁਰੂ ਅਮਰਦਾਸ ਜੀ ਮਹਾਰਾਜ ਮਿਲੇ। ਗੁਰਮੁਖ ਸੰਗਤਾਂ ਮਿਲੀਆਂ ਜਿਹੜੀਆਂ ਉਹਨਾਂ ਨੂੰ ਬਾਸਰਕੇ ਤੋਂ, ਨਾਨਕੇ ਪਿੰਡ ਤੋਂ ਗੋਇੰਦਵਾਲ ਸਾਹਿਬ ਲੈ ਕੇ ਆਉਂਦੀਆਂ ਪ੍ਰੇਰਨਾ ਕਰਕੇ। ਭਾਵੇਂ ਸ਼ੁਰੂਆਤ ਲੋੜ ਕਾਢ ਦੀ ਮਾਂ ਹੈ, ਪਰ ਅੱਗੇ ਜਾ ਕੇ ਕੀ ਬਣਨਾ ਇਹ ਪਰਮੇਸ਼ਰ ਹੀ ਜਾਣਦਾ ਹੈ। ਸੰਗਤਾਂ ਦਾ ਜਥਾ ਆ ਰਿਹਾ, ਇਕੱਠ ਆ ਰਿਹਾ, ਤੇ ਰਾਮਦਾਸ ਜੀ ਘੁੰਗਣੀਆਂ ਵੇਚ ਰਹੇ ਹੈ। ਇਕੱਠ ਵੇਖ ਕੇ ਪੁੱਛਦੇ ਆ ਤੁਸੀਂ ਕਿੱਥੇ ਚੱਲੇ ਹੋ? ਅਸੀਂ ਗੋਇੰਦਵਾਲ ਚੱਲੇ ਹਾਂ। ਉੱਥੇ ਕੀ ਆ? ਉੱਥੇ ਬੌਲੀ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ। ਫਿਰ ਤਾਂ ਉੱਥੇ ਬਹੁਤ ਲੋਕ ਹੋਣਗੇ। ਹਾਂ, ਤਾਂ ਲੋੜ ਸੀ ਘੁੰਗਣੀਆਂ ਵੇਚਣ ਦੀ, ਉੱਥੇ ਘੁੰਗਣੀਆਂ ਵੱਧ ਵਿਕਣਗੀਆਂ। ਆਏ ਤਾਂ ਘੁੰਗਣੀਆਂ ਵੇਚਣ ਸੀ, ਪਰ ਮਾਣੀ ਵੇਚ ਗਏ। ਕਹੋ ਸਤਿਨਾਮ ਸੀ। ਗੁਰੂ ਅਮਰਦਾਸ ਜੀ ਤੋਂ ਬਲਿਹਾਰੇ ਹੋ ਗਏ, ਛੱਡ ਕੇ ਘੁੰਗਣੀਆਂ ਵੇਚਣੀਆਂ, ਸੇਵਾ 'ਚ ਲੱਗ ਗਏ। ਸੇਵਾ 'ਚ ਐਸੀ ਸੇਵਾ ਕੀਤੀ, ਪੂਰੀ ਜ਼ਿੰਮੇਵਾਰੀ ਦੀ ਟੋਕਰੀ ਸਿਰ 'ਤੇ ਰੱਖ ਲਈ। ਸੰਗਤਾਂ ਹਟਦੀਆਂ, ਸਾਰਾ ਸਮਾਨ ਆਪ ਸੰਭਾਲਦੇ ਆ। ਤੜਕੇ ਸੰਗਤਾਂ ਦੇ, ਮਿਸਤਰੀਆਂ ਦੇ, ਮਜ਼ਦੂਰਾਂ ਦੇ ਆਉਣ ਤੋਂ ਪਹਿਲਾਂ ਸਾਰੀ ਤਿਆਰੀ ਕਰਦੇ ਆ, ਚਾਲ ਬਣਾਉਂਦੇ ਆ। ਕਹੋ ਸਤਿਨਾਮ। ਅਮਰਦਾਸ ਜੀ ਨੇ ਇਹਨਾਂ ਦੀ ਸੇਵਾ ਦੇਖੀ ਤਾਂ ਇਹਨਾਂ ਦੀ ਪੱਕੀ ਡਿਊਟੀ ਲਾਤੀ, ਪੁੱਤਰ ਜਿਹੜੇ ਮਜ਼ਦੂਰ ਦਿਹਾੜੀ ਆ ਉਹਨਾਂ ਨੂੰ ਦਿਹਾੜੀ ਤੂੰ ਦੇਣੀ ਆ ਸਭ ਨੂੰ, ਤੇ ਜਿਹੜੇ ਨਿਸ਼ਕਾਮ ਸੇਵਾ ਵਾਲੇ ਆ ਉਹਨਾਂ ਨੂੰ ਦਰਸ਼ਨ ਦੇਣੇ ਆ, ਕਿਰਪਾ ਕਰਨੀ ਆ, ਬਚਨ ਕਰਨੇ ਆ। ਕਹੋ ਸਤਿਨਾਮ। ਬਖਸ਼ਿਸ਼ ਕਰਨੀ ਆ। ਫਿਰ ਸ਼ਾਮਾਂ ਨੂੰ ਲੈਣ ਲੱਗ ਜਾਂਦੀ, ਇੱਕ ਪਾਸੇ ਪੈਸੇ ਵਾਲੇ ਮਜ਼ਦੂਰਾਂ ਦੀ, ਦਿਹਾੜੀਆਂ ਮਿਸਤਰੀਆਂ ਦੀ, ਦੂਜੇ ਪਾਸੇ ਨਿਸ਼ਕਾਮ ਸੇਵਾ ਵਾਲਿਆਂ ਦੀ। ਸਾਰਿਆਂ ਦੇ ਕਾਰਜ ਰਾਸ ਸਤਿਗੁਰੂ ਰਾਮਦਾਸ ਜੀ ਕਰਦੇ ਸੀ। ਤਾਂ ਇੱਛਾ ਸੀ ਕੋਈ ਐਸਾ ਪਰਮੇਸ਼ਰ ਦਾ ਪਿਆਰਾ ਮਿਲ ਜਾਵੇ, ਪਰ ਮਿਲਦਾ ਕਦੋਂ? ਜਦੋਂ ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਫਿਰ ਨਾਮ ਦੇ ਰਸੀਏ ਮਿਲਦੇ ਹਨ ਵੱਡੇ ਭਾਗਾਂ ਨਾਲ, ਐਵੇਂ ਨਹੀਂ ਮਿਲਦੇ। ਠੱਗਾਂ ਦੇ ਢਾਹੇ ਵੀ ਚੜ੍ਹ ਜਾਂਦੇ ਆ, ਮਾੜੇ ਭਾਗਾਂ ਵਾਲੇ, ਚੰਗੇ ਭਾਗਾਂ ਵਾਲੇ, ਉਹਨਾਂ ਨੂੰ ਪਰਮੇਸ਼ਰ ਦੇ ਪਿਆਰੇ ਮਿਲਦੇ ਨੇ। ਫਿਰ ਮਿਲਦੇ ਆ ਤੇ ਫਿਰ ਕੀ ਹੁੰਦਾ? ਅੱਗੇ ਪੜ੍ਹੀਏ। ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਓ। ਮੈਨੂੰ ਕੋਈ ਉਹ ਮਿਲਾ ਦਿਓ ਜਿਹੜਾ ਗੁਰੂ ਦੀ ਗੱਲ ਮੇਰੇ ਕੰਨਾਂ ਦੇ ਵਿੱਚ ਰਸ ਬਣਾ ਕੇ ਪਾ ਦੇਵੇ, ਘੋਲ ਕੇ ਪਾ ਦੇਵੇ। ਬੜ ਭਾਗੀ ਹਰ ਸੰਤ ਮਿਲਾਇਆ। ਵੱਡੇ ਭਾਗ ਸੀ ਮੈਨੂੰ ਇੱਕ ਦਿਨ ਹਰੀ ਨੇ ਆਪਣਾ ਪਿਆਰਾ ਮਿਲਾਇਆ। ਗੁਰ ਪੂਰੈ ਹਰ ਰਸ ਮੁਖ ਪਾਇਆ। ਤੇ ਪੂਰੇ ਗੁਰੂ ਨੇ, ਗੁਰੂ ਅਮਰਦਾਸ ਜੀ ਨੇ ਮੇਰੇ ਮੁਖ ਦੇ ਵਿੱਚ ਨਾਮ ਦਾ ਰਸ ਪਾਇਆ, ਹਰੀ ਦਾ ਰਸ ਪਾਇਆ। ਵੱਡੇ ਭਾਗ ਹਨ ਮੇਰੇ, ਮੈਂ ਸੱਚ ਕਹਿਣਾ, ਉਹ ਤੁਸੀਂ ਵੀ ਪ੍ਰਾਪਤ ਕਰ ਲਓ। ਭਾਗਹੀਨ ਸਤਿਗੁਰ ਨਹੀਂ ਪਾਇਆ। ਮਾੜੇ ਭਾਗਾਂ ਵਾਲਿਆਂ ਨੂੰ ਐਸਾ ਗੁਰੂ ਕਿੱਥੇ ਮਿਲਦਾ? ਕਹੋ ਸਤਿਨਾਮ। ਬੜ ਭਾਗੀ ਸਤਸੰਗਤ ਪਾਵੇ,
ਭਾਗਹੀਨ ਭਰਮ ਚੋਟਾਂ ਖਾਵੇ। ਕਿਉਂਕਿ ਬਹੁਤ ਸਾਰੇ ਲੋਕ ਸਸਤਾ ਭਾਲਦੇ ਆ, ਤੇ ਸਸਤਾ ਰੋਵੇ ਵਾਰ-ਵਾਰ, ਮਹਿੰਗਾ ਰੋਵੇ ਇੱਕੋ ਵਾਰ। ਆਹ ਗੁਰੂ ਥੋੜ੍ਹਾ ਜਿਹਾ ਹੈ ਤਾਂ ਮਹਿੰਗਾ, ਇਹਦੀ ਫੀਸ ਹੈ ਸਿਰ। ਉਹਨਾਂ ਦੀ ਫੀਸ ਕੋਈ ਖਾਸ ਨਹੀਂ। ਉਹ ਕਹਿੰਦੇ ਨਹਾਓ ਧੋ ਨਾ, ਜਿਵੇਂ ਮਰਜ਼ੀ ਰਹੋ, ਬਾਲ ਰੱਖੋ ਕਟਾਓ, ਤੁਹਾਡੀ ਮਰਜ਼ੀ ਆ, ਪਰ ਸਾਡੇ ਕੋਲ ਗੇੜਾ ਮਾਰ ਜਿਆ ਕਰੋ। ਉਹ ਖੁਦ ਜੇਲ੍ਹਾਂ 'ਚ ਬੈਠੇ ਨੇ, ਅਤੇ ਉਹਨਾਂ ਦੇ ਨਾਲ ਜੁੜਨ ਵਾਲੇ ਵੀ ਤਾਂ ਫਿਰ ਉਹੋ ਜਿਹੀ ਹਾਲਤ ਹੋਣੀ ਆ, ਜਿਨ੍ਹਾਂ ਨੂੰ ਗੁਰਬਾਣੀ ਦੇ ਸਤਿਕਾਰ ਦਾ ਹੀ ਨਹੀਂ ਪਤਾ ਗੁਰਬਾਣੀ ਕੀ ਚੀਜ਼ ਹੈ। ਕਿਸ ਤਰ੍ਹਾਂ ਘਟਨਾਵਾਂ ਹੋ ਰਹੀਆਂ। ਕੱਲ੍ਹ ਪਰਸੋਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਉਹ ਕਿ ਐਸੀ ਇਸਤਰੀ ਨੇ ਪੈਟਰੋਲ ਪਾ ਕੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਅੱਗ ਲਾਈ। ਉਹਨਾਂ ਲੋਕਾਂ ਨੂੰ, ਮਾੜੇ ਭਾਗਾਂ ਵਾਲਿਆਂ ਨੂੰ ਕੀ ਪਤਾ ਇਸ ਗੁਰਬਾਣੀ ਦੇ ਮੁੱਲ ਦਾ। ਕਹੋ ਸਤਿਨਾਮ ਸ੍ਰੀ, ਵੀ ਗੁਰਬਾਣੀ ਕੀ ਆ। ਅਸਲ ਦੇ ਵਿੱਚ ਉਹ ਆਪਣੇ ਪਖੰਡੀਆਂ ਦੇ ਮਗਰ ਲੱਗੇ ਹੋਏ ਹਨ, ਔਰ ਸੋਚਦੇ ਆ ਕਿ ਸ਼ਾਇਦ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ, ਪਰ ਇਸ ਦਾ ਜਿਹੜਾ ਫਿਰ ਅੱਗੇ ਜਾ ਕੇ ਜਿਹੜੀ ਭੋਗਣਾ ਪੈਣੇ ਆ ਨਾ ਦੁੱਖ, ਮੇਰਾ ਖਿਆਲ ਹੈ ਨਰਕਾਂ ਵਿੱਚ ਜਾ ਕੇ ਵੀ ਉਹ ਸਜ਼ਾ ਪੂਰੀ ਨਹੀਂ ਹੋਣੀ ਇਹੋ ਜਿਹੇ ਲੋਕਾਂ ਦੀ। ਕਹੋ ਸਤਿਨਾਮ ਸ੍ਰੀ। ਖੈਰ ਮਨੋ ਬਿਰਤੀਆਂ ਉੱਥੇ ਰੱਖੀਏ। ਭਾਗਹੀਨ, ਉਹ ਮਾੜੇ ਭਾਗਾਂ ਵਾਲਿਆਂ ਦੀ ਗੱਲ ਹੈ ਇਹ। ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ, ਗਰਭ ਜੂਨੀ ਨਿਤ ਪਾਉਂਦਾ ਜੀਓ। ਇਹੋ ਜਿਹਾ ਮਨਮੁਖ ਨਿਤ ਜੰਮਦਾ ਨਿਤ ਮਰਦਾ। ਟੇਡੀਆਂ ਜੂਨਾਂ, ਗਰਭ ਜੂਨੀ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ। ਬੜੇ ਲੰਬੇ ਸਮੇਂ ਬਾਅਦ ਤੈਨੂੰ ਮਨੁੱਖ ਬਣਾਇਆ, ਪਰਮੇਸ਼ਰ ਨੇ ਕਿਰਪਾ ਕੀਤੀ, ਮਨੁੱਖ ਬਣਾਇਆ। ਫਿਰ ਇਹ ਸੰਸਾਰ ਦੇ ਵਿੱਚੋਂ ਕੁਝ ਮਨੁੱਖਾਂ ਦੇ ਪਰਮੇਸ਼ਰ ਨੇ ਹੋਰ ਕਿਰਪਾ ਕੀਤੀ, ਗੁਰੂ ਕੋਲੇ ਲਿਆਂਦਾ। ਉਹਨਾਂ ਵਿੱਚੋਂ ਛਾਂਟ ਕੇ ਕੁਝ ਤੇ ਕਿਰਪਾ ਹੋਈ, ਉਹ ਗੁਰੂ ਵਾਲੇ ਬਣ ਗਏ। ਔਰ ਜਿਨ੍ਹਾਂ ਨੇ ਫਿਰ ਗੁਰੂ ਦੇ ਮਾਰਗ ਤੇ ਚੱਲਣਾ ਕੀਤਾ, ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ, ਟੇਡੀਆਂ ਜੂਨਾਂ ਵਿੱਚ ਨਹੀਂ ਜਾਣ ਦਿੱਤਾ ਉਹਨਾਂ। ਪ੍ਰੀਤਮ ਜੀ ਕਹਿੰਦੇ, ਭਾਗਹੀਨ ਸਤਿਗੁਰ ਨਹੀਂ ਪਾਇਆ, ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ। ਇਹੋ ਜਿਹਾ ਮਨੁੱਖ ਟੇਡੀਆਂ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਮੇਰੇ ਤੇ ਕਿਰਪਾ ਹੋਈ। ਗੁਰੂ ਰਾਮਦਾਸ ਜੀ ਕਹਿੰਦੇ, ਮੇਰੇ ਤੇ ਕਿਰਪਾ ਹੋਈ। ਮੈਂ ਆਪਦੀ ਗੱਲ ਕਰਾਂ ਹੁਣ। ਆਪ ਦਇਆਲ ਦਇਆ ਪ੍ਰਵਤਾਰੀ। ਇੱਕ ਦਿਨ ਦਿਆਲੂ ਕਿਰਪਾਲੂ ਨੇ, ਪਰਮੇਸ਼ਰ ਨੇ ਦਇਆ ਕੀਤੀ। ਮਲ ਹਉ ਮੈਂ ਵਿਖਿਆ ਸਭ ਨਿਵਾਰੀ। ਮੈਨੂੰ ਮਲ ਮਲ ਕੇ ਧੋਤਾ। ਇੱਕ ਬੱਚੀ ਦੀ ਸ਼ਾਦੀ ਹੁੰਦੀ ਹੈ ਨਾ, ਭਾਵੇਂ ਇਸ਼ਨਾਨ ਤਾਂ ਰੋਜ਼ ਹੀ ਬੱਚੇ ਆਪਾਂ ਸਾਰੇ ਕਰਦੇ ਹਾਂ, ਪਰ ਸ਼ਾਦੀ ਵੇਲੇ ਖਾਸ ਹੀ ਇਸ਼ਨਾਨ ਹੈ, ਨਹਾਈ ਧੋਈ। ਲੜਕਾ ਵੀ ਨਹਾਈ ਧੋਈ ਉਹਦੀ ਵੀ ਹੁੰਦੀ ਹੈ, ਲੜਕੀ ਦੀ ਵੀ ਹੁੰਦੀ ਹੈ। ਕਿਉਂ? ਕਿਉਂਕਿ ਇਹਨਾਂ ਨੂੰ ਅੱਜ ਮਾਲਕ ਮਿਲ ਰਿਹਾ ਹੈ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਹੀ ਸਾਡਾ ਇਸ਼ਨਾਨ ਗੁਰੂ ਕਰਾਉਂਦਾ ਹੈ। ਭਰੀਐ ਮਤ ਪਾਪਾਂ ਕੈ ਸੰਗੋ ਧੋਪੈ ਨਾਵੇਂ ਕੈ ਰੰਗ। ਗੁਰੂ ਧੋਣਾ ਸਾਨੂੰ। ਭਾਂਡਾ ਧੋਏ ਵੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਤੁਸੀਂ ਵੀ ਕਿਸੇ ਭਾਂਡੇ ਨੂੰ, ਖਾਸ ਭਾਂਡੇ ਨੂੰ ਪਿਆਰ ਕਰਦੇ ਹੋਵੋਗੇ। ਘਰ 'ਚ ਭਾਂਡੇ ਤਾਂ ਬਹੁਤ ਹੈ, ਪਰ ਕਿਸੇ ਖਾਸ ਭਾਂਡੇ ਨੂੰ ਬੜਾ ਸਾਂਭ ਕੇ ਰੱਖਦੇ ਹੋਗੇ। ਆਹ ਮੇਰੀ ਬੇਬੇ ਦੀ ਨਿਸ਼ਾਨੀ ਆ, ਮੇਰੇ ਬਾਪੂ ਦੀ ਨਿਸ਼ਾਨੀ ਆ। ਕਹੋ ਸਤਿਨਾਮ ਸ੍ਰੀ। ਪਹਿਲਾਂ ਲੋਕ ਹਰਿਦੁਆਰ ਜਾਂਦੇ ਫੁੱਲ ਪਾਉਣ, ਉੱਥੋਂ ਭਾਂਡੇ ਲਿਆਉਂਦੇ। ਇੱਥੇ ਭਾਂਡੇ ਤੋਂ ਭਾਵ ਹੈ ਸਰੀਰ। ਇਹ ਸਰੀਰ ਰੂਪੀ ਭਾਂਡਾ ਕਿਹੜਾ ਚੰਗਾ ਹੈ? ਜਿਹੜਾ ਗੁਰੂ ਨੂੰ ਭਾ ਗਿਆ। ਕਹੋ ਸਤਿਨਾਮ। ਭਾਇਆ ਕਿਹੜਾ? ਜਿਹੜਾ ਗੁਰਮਤਿ ਅਨੁਸਾਰ ਚੱਲੂਗਾ। ਸੋ ਸਿੱਖ ਸਕਾ ਬੰਦ ਪਹਿ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਆਤਮਲੀਨ। ਧੋਤਾ ਹੱਛਾ ਨਾ ਹੋਏ ਸੀ। ਧੋਤਿਆਂ ਤਾਂ ਹੱਛਾ ਹੁੰਦਾ। ਫਿਰ ਇਹ ਕਹਿੰਦੇ, ਕਿਉਂ ਕਹਿੰਦੇ ਹੱਛਾ ਨਹੀਂ ਹੁੰਦਾ? ਕਿਉਂਕਿ ਅਸੀਂ ਬਾਹਰੋਂ ਧੋਣੇ ਆ, ਅੰਦਰੋਂ ਸ਼ਬਦ ਨਾਲ ਨਹੀਂ ਧੋਂਦੇ। ਕਹੋ ਸਤਿਨਾਮ ਸੀ। ਬਾਹਰੋਂ ਧੋ ਲਿਆ, ਸਰੋਵਰਾਂ 'ਤੇ, ਤੀਰਥਾਂ 'ਤੇ, ਨਦੀਆਂ ਨਾਲਿਆਂ 'ਤੇ, ਸਮੁੰਦਰਾਂ 'ਤੇ ਜਾ ਕੇ ਬੜੇ ਚੁੱਭੀਆਂ ਲਾਉਣੇ ਆ। ਕਈ ਲੋਕ ਖੁਸ਼ੀ ਵਿੱਚ ਆ ਕੇ ਜਾਂਦੇ ਆ,
मैं 7 टुब्बियाँ लाऊं, मैं 11 लाऊं, कोई 7 टुब्बियाँ तो बहुत लाने आ पर धोता नहीं गा। भांडा हच्छा सोए जो तिस भाव सी, भांडा आत्मलीन धोता हच्छा ना होए सी। फिर किवें हच्छा होगा महाराज? गुरु द्वारे होए सोजी पाए सी। गुरु नूं पुछ इहनूं कित्थों मांजना, हजे कित्थे इहदे मैल लगी रह गई। गुरु द्वारा होए सोझी पाए सी, एत द्वारा धोए हच्छा होए सी। मैले हच्छे का विचार आप वरताए सी। गुरु दसो कि केड़ी मैल है, किवें लथूगी। एक राजा रविदास जी का समकाली, छोटी जी कहानी सुनने वाली आ। बैठ के रविदास जी दे कोल आ गया राजा, कहना जी अमृत दिओ, मैं सुनिया तुहाडे कोल अमृत है। हुण रविदास भगत जी दी आँखां दे विच अमृत है, किरपा दृष्टि आ। वेख्या भी राजा मेरे चरणों च बैठा, वाह परमेश्वर तेरी मौज कैसी है। ये अमृत मंगदा है ते भगत जी दया च आए। जिहड़ी कोले कुंडी पई सी जिहदे विच जोड़े भ्यों के गिले करके गंढदे सी ना, वो कुंडी विचों चूली भरी ते उहदे बुक च पाती। कहो सतनाम। लो जी, करनी तो किरपा सी नेत्रां नाल, पर राजे की निगाह कुंडी ते चली गई, जोड़ियां वाली ते ओहो जोड़ियां वाला गंदा पानी पिया था। कहो सतनाम सी। पीता नहीं, ऐदा करके मूँह च नहीं पायागा, बाहां च डोलता। कहो सतनाम सी। बाहां च डोलता। हुण बाहां नूं जोड़ियां दा लाल जिहा रंग भी लग गया, वो जिहड़ा विच सीगा पानी दे दाग जे पै गए। राजा घरे आया। हुण उस जल दे विच किरपा दृष्टि भी सीगी भगत जी दी। जिवें 10वें पातशाह ने खंडे बाटे दे जल विच अपनी किरपा दृष्टि पा के उन्हां मुर्दियां नूं जिउंदे करता सी, 5 प्यारियां नूं सिर कट के दोबारा सरजीत करता सी। वो किरपा दृष्टि की गल सी। इस करके असीं बाहरों देखते हैं, ये अंदरूनी गल्लां। ते जिस वेले गुरु प्यारो राजे ने वो जल अपनियां बाहां विच डोलता, मूँह च ना पाया, वो दाग जे ला के घरे आ गया। शंका पैदा हो गई भगत जी ते। वजीरां नूं कहना चोला साफ करवा के लियाओ। हुण जुलाहियां दे कोले जुगती है भी किवें धोना है, किहड़ा दाग लगे वो लथू किवें। ते रविदास जी का समकाली है भगत कबीर, वो भी उस इलाके च रहिंदे आ। जिस वेले कहंदे वो चोला लैके वजीर गए राज भगत कबीर साहब कोले, भैया राजा साहब का चोला है ते आ बाहां ते दाग जे लागे ला दिओ। उन्होंने दाग दिसदे आ ना, पर घटना का बाहर च पता लग्या जदों कबीर साहब ने वो चोला अपनी धी कमाली नूं फड़ाता, धीए आ चोला राजे का, ये दाग जे काहदे लगे आ, बाहां तो ला। वो बीबी दे कोले जिन्नियां जुगतियां सीगियां, कास्टक पा के, सोडा पा के, सर्फ पा के, जो भी उस वेले उन्होंने कोल जुगतियां सीगियां, लाउणे चाहे वो दाग ना लथे। हुण वो दाग ने जाना तो किसी हिरदे में सीगा ना। भगतां का बोलिया प्रवान है, सार जे बोले सहज सवाए, सार का बोलिया बिरथा ना जाए। वो तो किरपा सी, वो किसी हिरदे विच वरतनी चाहिदी सी। हुण होया कि कहने बीबी कमाली जा धोण लगी, वो तो धोतियां लथे ना दाग। हुण साडी जीभ का जिहड़ा अगला सिर है, ये दस दिंदा भी दाग है काहदा। दंदां नाल चब के जब जीभ नाल लगेगी ना, दस दो भी खून का दाग है, चाह का दाग है, हल्दी का दाग है, उसका स्वाद आ जाऊगा उहदे च। हुण उसने जानना चाहे आ कमाली ने भी दाग है काहदा। उसने वो दागां नूं चबना कीता दंद नाल, जो चबना कीता तो लै गए, पर स्वाद का पता लग्या भी है काहदा। पर जदों ही वो दाग लथे तो कमाली ते किरपा हो गई, बख्शिश हो गई, उन्होंने ब्रह्म ज्ञान हो गया। कहो सतनाम सी। कमाली नूं ब्रह्म ज्ञान हो गया। तौर जे बदल गए, देखना बदल गया कमाली का, अंदरों वातावरण बदल जाता है। तो जिन्होंने बदलता उन्होंने पता है। उन्हें अपने पिता ने दसिया, बापू जी ये दाग तो कोई खास सीगे, किसी वस्तु के नहीं सी। अच्छा, जो वजीर लैन आया दाग लाते, चोला देता, पर पूछया भी ये दाग लगे कित्थों बई।
ਕਹਿੰਦੇ ਵੀ ਇਹ ਦਾਗ ਨਾ ਕਿਤੇ ਰਾਜਾ ਸਾਹਿਬ ਚਲੇ ਗਏ ਰਵਿਦਾਸ ਜੀ ਕੋਲ ਵੀ ਸਾਨੂੰ ਜੀ ਅੰਮ੍ਰਿਤ ਦਿਓ। ਅੱਛਾ, ਉਹਨਾਂ ਨੇ ਉਹ ਕੁੰਡੀ ਵਾਲਾ ਪਾਣੀ ਪਾਤਾ ਬੁੱਕ 'ਚ, ਉਹਦੇ ਦਾਗ ਸੀ। ਕਹਿੰਦੇ ਜਾ ਓਏ, ਉਹ ਤਾਂ ਕਿਰਪਾ ਸੀਗੀ, ਇਹ ਤਾਂ ਜਿਹਦੇ ਭਾਗਾਂ 'ਚ ਉਸ ਨੂੰ ਮਿਲਦੇ ਆ। ਬੜ ਭਾਗੀ ਹਰ ਸੰਤ ਮਿਲਾਇਆ, ਗੁਰ ਪੂਰੇ ਹਰ ਰਸ ਮੁਖ ਪਾਇਆ, ਭਾਗਹੀਨ ਸਤਿਗੁਰ ਨਹੀਂ ਪਾਇਆ, ਰਾਜਾ ਕੋਲੋਂ ਖਾਲੀ ਆ ਗਿਆ। ਕਹੋ ਸਤਨਾਮ ਸ੍ਰੀ। ਭਾਗਹੀਨ ਸਤਿਗੁਰ ਨਹੀਂ ਪਾਇਆ, ਮਨ ਮੋ ਗਰਭ ਜੂਨੀ ਨਿਤ ਪਾਉਂਦਾ ਜੀ। ਉਸ ਤੋਂ ਬਾਅਦ ਸਮਾਂ ਬਤੀਤ ਹੋਇਆ, ਬੀਬੀ ਕਮਾਲੀ ਵਿਆਹ ਦਿੱਤੀ। ਵਿਆਹੁਣ ਤੋਂ ਬਾਅਦ ਆਪਣੇ ਸਹੁਰੇ ਘਰ ਮੁਲਤਾਨ ਚਲੀ ਗਈ। ਉਹ ਇੱਕ ਚੋਰ ਦੇ ਨਾਲ ਵਿਆਹੀ ਸੀ ਬੀਬੀ ਕਮਾਲੀ। ਇਹ ਵੀ ਅਨੋਖੀ ਘਟਨਾ। ਚੋਰ ਚੋਰੀ ਕਰਨ ਆਇਆ, ਪਿੰਡ ਵਾਲੇ ਉੱਠ ਖੜੇ, ਮਗਰ ਪੈ ਗਏ। ਭੱਜਦਾ ਭੱਜਦਾ ਕਬੀਰ ਸਾਹਿਬ ਦੇ ਘਰੇ ਵੜ ਗਿਆ। ਕਹਿੰਦਾ ਜੀ ਬਚਾਓ ਬਚਾਓ, ਕਿਉਂਕਿ ਸਿੰਪਲ ਜਿਹਾ ਘਰ ਸੀ, ਗੇਟ ਗੂਟ ਲੱਗਿਆ ਨਹੀਂ ਸੀ, ਕੋਈ ਉਸੇ ਘਰ 'ਚ ਹੀ ਵੜ ਗਿਆ ਲੁਕਣ ਵਾਸਤੇ। ਕੀ ਗੱਲ ਹੈ, ਕੌਣ ਹੈ ਤੂੰ? ਕਹਿੰਦਾ ਮੈਂ ਚੋਰ ਹਾਂ। ਅੱਛਾ, ਮੈਂ ਚੋਰੀ ਕਰਦਾ ਸੀ, ਮੈਂ ਫੜਿਆ ਜਾਊਂਗਾ, ਕੁੱਟ ਕੇ ਮਾਰ ਦੇਣਗੇ, ਮੈਨੂੰ ਲੁਕੋ ਲਓ। ਭਗਤ ਜੀ ਨੂੰ ਦਇਆ ਆਈ ਵੀ ਸੱਚ ਦੱਸਤਾ, ਸ਼ੁਕਰ ਹੈ। ਕਹਿੰਦੇ ਵੀ ਇੱਦਾਂ ਕਰ, ਇੱਧਰ ਤਾਂ ਮੇਰੇ 9 ਪੁੱਤ ਪਏ ਆ ਅਤੇ ਉੱਧਰ ਲੋਈ ਪਈ ਆ, ਉੱਧਰ ਲੜਕੀ ਪਈ ਆ, ਉੱਥੇ ਵੜ ਜਾਓ, ਕਮਰੇ 'ਚ ਪੈ ਜਾ ਕੇ, ਮੈਂ ਆਪੇ ਰੋਕ ਲੂੰਗਾ। ਇੰਨੇ ਲੋਕ ਮਗਰ ਆ ਗਏ, ਪੈਰ ਦੱਬਦੇ। ਕਹਿੰਦੇ ਭਗਤ ਜੀ ਦੇ ਚੋਰ ਆਇਆ? ਕਹਿੰਦੇ ਇੱਥੇ ਕੋਈ ਚੋਰ ਨਹੀਂ ਆਇਆ। ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ, ਬਿਰਧ ਸੁਆਮੀ ਸੰਦਾ। ਇਹ ਭਗਤਾਂ ਦਾ, ਗੁਰੂਆਂ ਦਾ ਸੁਭਾਅ ਵੀ ਹੈ। ਉਹਨਾਂ ਦਾ ਜੀਵਨ ਬਦਲ ਵੀ ਦਿੰਦੇ ਆ ਫੜ ਕੇ। ਬਿਧੀ ਚੰਦ ਵੀ ਕਿਸੇ ਵੇਲੇ ਚੋਰੀ ਕਰਕੇ ਹੀ ਇੱਕ ਮਹਾਂਪੁਰਸ਼ ਕੋਲੇ ਆਇਆ ਸੀ ਅਤੇ ਉਹਨੇ ਗੁਰੂ ਅਰਜਨ ਦੇਵ ਜੀ ਦੇ ਚਾਨੀ ਲਿਆ ਕੇ ਲਾਤਾ। ਕਹੋ ਸਤਨਾਮ। ਕਹਿੰਦੇ ਚੋਰ ਆਇਆ? ਕਹਿੰਦੇ ਕੋਈ ਚੋਰ ਨਹੀਂ ਆਇਆ। ਤਲਾਸ਼ੀ ਦਿਓ। ਤਲਾਸ਼ੀ ਲਈ 9 ਪੁੱਤ, ਲੋਈ ਕਬੀਰ। ਉਹ ਕਮਰੇ 'ਚ ਕੌਣ ਹੈ? ਉੱਥੇ ਮੇਰਾ ਜਵਾਈ ਅਤੇ ਮੇਰੀ ਘਰ ਲੜਕੀ ਆ। ਜਵਾਈ ਲੜਕੀ ਵਿਆਹੀ ਤਾਂ ਨਹੀਂ? ਕਹਿੰਦਾ ਵਿਆਹ ਤੀ। ਬਾਹਰ ਕੱਢਿਆ ਬੱਚਾ। ਕਹਿੰਦੇ ਆਹੀ ਤਾਂ ਚੋਰ ਆ? ਕਹਿੰਦੇ ਚੋਰ ਨਹੀਂ, ਮੇਰਾ ਜਵਾਈ ਆ ਇਹ। ਕਹੋ ਸਤਨਾਮ, ਮੇਰਾ ਜਵਾਈ ਆ, ਇਹ ਕੋਈ ਚੋਰ ਚਾਰ ਨਹੀਂ ਹੈਗਾ। ਪਿੰਡ ਵਾਲੇ ਕਹਿੰਦੇ ਜਾ ਹੋਏ, ਤੂੰ ਚੋਰ ਨੂੰ ਘਰੇ ਵਾੜਿਆ, ਲੜਕੀ ਦੇ ਕਮਰੇ 'ਚ ਪਾਤਾ, ਤੂੰ ਆਪਦੀ ਇੱਜ਼ਤ ਖਰਾਬ ਕਰ ਲਈ। ਉੱਥੇ ਫਿਰ ਸ਼ਬਦ ਉਚਾਰਿਆ, ਪਾਤਿਆ ਪਤ ਤਾਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗੜੇ ਗੋਪਾਜ। ਕਹਿੰਦੇ ਪਤਾ ਤਾਂ ਦਰਗਾਹ 'ਚ ਲੱਗੂਗਾ ਕਿਹੜਾ ਚੋਰ ਹੈ ਅਤੇ ਕਿਹੜਾ ਸਾਧ ਹੈ। ਕਹੋ ਸਤਨਾਮ। ਇੱਥੇ ਤਾਂ ਸਾਰੇ ਚੋਰ ਹੈ ਅਤੇ ਸਾਰੇ ਸਾਧ ਹੈ। ਖੈਰ ਉਸ ਤੋਂ ਬਾਅਦ ਉਹ ਬੀਬੀ ਉਹਦੇ ਨਾਲ ਵਿਆਹੀ ਗਈ, ਮੁਲਤਾਨ ਚਲੀ ਗਈ। ਉੱਥੇ ਜਾ ਕੇ ਵੀ ਰੰਗ ਲਾਏ ਬੀਬੀ ਕਮਾਲੀ ਨੇ, ਬੜੀ ਕਿਰਪਾ ਕੀਤੀ, ਪ੍ਰਚਾਰ ਕੀਤਾ ਆਪਣੇ ਨਾਮ ਦਾ। ਪਰ ਇੱਧਰ ਰਾਜੇ ਨੂੰ ਪਤਾ ਲੱਗਿਆ ਵੀ ਜਿਹੜਾ ਰਵਿਦਾਸ ਨੇ ਕਿਰਪਾ ਜਲ ਦਿੱਤਾ ਸੀ ਨਾ, ਉਹ 'ਚ ਪਾਵਰ ਸੀ, ਅਤੇ ਉਹ ਪਾਵਰ ਲੈ ਗਈ ਕਮਾਲੀ, ਅਤੇ ਮੈਂ ਤਾਂ ਖਾਲੀ ਰਹਿ ਗਿਆ। ਦੁਬਾਰੇ ਫਿਰ ਇੱਕ ਦਿਨ ਆ ਗਿਆ ਗੇੜਾ ਖਾ ਕੇ। ਕਹਿੰਦਾ ਭਗਤ ਜੀ ਜਲ ਦਿਓ। ਕਿਹੜਾ ਜਲ? ਅੰਮ੍ਰਿਤ ਜਲ। ਕਿਹੜਾ ਅੰਮ੍ਰਿਤ ਜਲ? ਜਿਹੜਾ ਉਦਣੇ ਦਿੱਤਾ ਸੀ। ਅੱਛਾ, ਉਹ ਜਲ ਤੋਂ ਗਏ ਮੁਲਤਾਨ, ਉਹ ਤਾਂ ਜਲ ਗਿਆ, ਉਹ ਵਾਰ-ਵਾਰ ਨਹੀਂ ਮਿਲਦਾ। ਅੰਮ੍ਰਿਤ ਵੀ ਜਿਹੜਾ ਪਹਿਲੀ ਵਾਰ ਛਕ ਲਿਆ ਨਾ, ਉਹਦਾ ਵਰਗਾ ਆਨੰਦ ਨਹੀਂ ਹੈ। ਸੰਭਾਲ ਕੇ ਰੱਖੋ। ਕੋਈ ਸਤਨਾਮ ਸ੍ਰੀ। ਇਸ ਕਰਕੇ ਗੁਰੂ ਨੇ ਕਿਰਪਾ ਕੀਤੀ ਜਦੋਂ ਮੈਨੂੰ। ਪ੍ਰੀਤਮ ਜੀ ਕਹਿੰਦੇ ਭਾਗਹੀਨ ਸਤਿਗੁਰ ਨਹੀਂ ਪਾਇਆ, ਮਨ ਮੋ ਗਰਭ ਜੂਨੀ ਨਿਤ ਪਾਉਂਦਾ ਜੀਓ। ਇੱਕ ਦਿਨ ਦਇਆ ਕੀਤੀ, ਗੁਰ ਆਪ ਦਇਆਲ ਦਇਆ ਪ੍ਰਭ ਤਾਰੀ, ਮਲ ਹਉ ਮੈਂ ਵਿਖਿਆ ਸਭ ਨਿਵਾਰੀ। ਉਹ ਨਾਮ ਦੀ ਇੱਕ ਕਣੀ ਨਾ ਉਸੇ ਤਰ੍ਹਾਂ ਹੀ ਆ, ਜਿਸ ਤਰ੍ਹਾਂ ਇੱਕ ਬੂੰਦ ਕਿਸੇ ਜਲ ਵਿੱਚ ਪਾ ਦਈਏ ਅਤੇ ਪਾਣੀ ਆਰੋ ਹੋ ਜਾਏ, ਉਹ 'ਚੋਂ ਸਾਰੇ ਕੀਟਾਣੂ ਮਰ ਜਾਣ। ਉਸ ਤਰ੍ਹਾਂ ਹੀ ਹੈ ਉਹ ਨਾਮ ਦਾ ਕਿਣਕਾ ਸਾਡੇ ਸਾਰੇ ਵਿਕਾਰਾਂ ਨੂੰ ਖਤਮ ਕਰ ਦਿੰਦਾ ਹੈ। ਮਲ ਮੈਲਾ ਹੰਕਾਰ ਦੀਆਂ, ਵਿਸ਼ੇ ਵਿਕਾਰਾਂ ਦੀਆਂ ਸਭ ਖਤਮ ਕਰਤੀਆਂ। ਨਾਨਕ ਹਟ ਪਟਣ ਵਿੱਚ ਕਾਇਆ। ਕਹਿੰਦੇ ਹੁਣ ਸਰੀਰ ਰੂਪੀ ਸ਼ਹਿਰ ਦੀਆਂ ਹੱਟੀਆਂ ਵਿੱਚ, ਕਾਇਆ ਸਰੀਰ, ਸਰੀਰ ਦੇ ਵਿੱਚ ਬਾਜ਼ਾਰ, ਇਹਦੇ ਵਿੱਚ ਹੀ ਹੱਟੀਆਂ। ਹਰ ਲੈਂਦੇ ਗੁਰਮੁਖ ਸੌਦਾ ਜੀਓ। ਕੰਨਾਂ ਦੇ ਨਾਲ ਕਥਾ ਸੁਣਨ ਦਾ ਸੌਦਾ ਲੈਂਦੇ ਆ, ਅੱਖਾਂ ਨਾਲ ਦਰਸ਼ਨਾਂ ਦਾ ਸੌਦਾ ਲੈਂਦੇ ਆ। ਇਹ ਸਾਰੀਆਂ ਹੱਟੀਆਂ ਨੇ। ਇੰਦਰੀਆਂ ਨੂੰ ਇੱਥੇ ਹੱਟੀਆਂ ਕਹਿਤਾ ਪਾਤਸ਼ਾਹ ਜੀ ਨੇ।
इन्हां हट्टियां दे राहीं हुण गुरमुख नाम दा सौदा करदे आ, भाव नाम जपदे आ, रसना नाल जपदे आ, नेत्रां नाल दर्शन करदे आ, कन्नां दे नाल सरवण करदे आ। नानक हट पटन विच काया, फिर वो अपने अंदर ही रहिंदे आ, बाहर नहीं जांदे। हर लैंदे गुरमुख सौदा जीओ। ऐसी घटना घट गई। चौथे पातशाह जी का यह बचन है। हुण मैं की करदा हाँ, अगला शब्द फिर इस लड़ी नाल जोड़दे आ। चौथे पातशाह कहंदे हुण मैं की करदा, हुण मैं यही काम करदा, होर कुछ नहीं करदा। कोई सतनाम सी भगत दी कबीर साहब की माता कहंदी, सुनो दिरानी सुनो जिठानी, ये अचरज भयो, जब की माला लई निपुते तब ते सूख न भयो। सात सू तिन मुंडिया खोए, ये मुंडिया क्यों ना मोयो। बागड़ दी बोली है ना, मुंडिया बच्चे नूं कहंदे आ। ये मेरा मुंडा कबीर जिद्दे दी इहने माला फड़ी है, ना ये कन्नां नाल मेरी गल सुणदा है, ना अखां दे नाल ताणी बुणदा घरे बैठ के, ना ये घर की गलबात करदा है। ये सत सूत सत्ते इंद्रियां बिगाड़तियां। भाई दुनिया तो बिगाड़ियां कहोगी ना, क्योंकि असीं दुनिया के काम नहीं करते तो कहते जवाक बिगड़ गया सोडा, ये गुरुद्वारे बैठा रहिंदा। कोई सतनाम। असल दे विच दुनिया नूं बिगड़िया लगदा, पर गुरु दे घर भी सुधर गया है। उल्टी रे मनी उल्टी रे, साकत स्यों कर उल्टी रे। जबकि माला लई निपुते तब लग सूख न भयो। सुनो दिरानी सुनो जिठानी, एक अचरज भयो। ये बड़ी अनोखी गल बचन कबीर साहब ने लिखे न, पर गल्लां बातां कदे कदे माई कबीर साहब की माता कहती होनी आ। को सतनाम। फिर ओह जे शब्द भी बना दिते भगत जी ने। एक दिन माँ कहती, तू चार नालां बगा लिया कर, आ लोकां दीयां ताणियां खराब होई जांदियां, रुली जांदियां पईयां। हुण जे वो नाल इदां बगाऊगा ताणी विच, फेर ही ताणी कत्ती अपना बुनी जाऊ भाई। वो बह जांदा ताणी ते ध्यान ला के, वो खड्डी दे विच ही बैठा रहिंदा, नाल बगाउंदा ही नहीं। बेबे कहंदी, तू क्यों नहीं काम करदा। कहंदा की करां बेबे, जदों मैं इधर काम करदा इधरों विछड़ जाना, मेरा नाम ही भुल जाता मैनू। जब लग धागा बाहों बेही, तब लग बिसरै राम स्नेही। जब इधर नाल चलाउणा ते इधरों ध्यान टुट जाता है। खैर ਇਹਦਾ मतलब ये नहीं कि आप काम कार नहीं करने, पर भगतां दी भगती की गल इत्थे कीती आ कि किन्नी भगती कबीर साहब ने कीती होनी है। हुण चौथे पातशाह जी आखिरी पंक्ति विच कहंदे, नानक हट पट्टण विच काया। वो अपने शरीर दे विच ही रहिंदे आ, वो हुण ध्यान नूं खंडिआउंदे नहीं। थिर कर बैसो हरजन प्यारे, सतगुर तुमरे काज सवारे। दुष्ट दूत परमेश्वर मारे, जन की पैज रखी करता। नानक हट पट्टण विच काया, हर लैंदे गुरमुख सौदा जीओ। हुण अंदर ही लैन देन हुंदा है। वाहिगुरू 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 का जाप करके, परमेश्वर का सिमरन करके, इसी पवित्र शब्द की विचार। हुण अगे की करदे आ चौथे पातशाह जी, ये शब्द आपां कल दे दीवाना भी सरवण करांगे। बोलदिआं ने एक आखर बाद घाट हो जांदे। सिख संगतां ते सतगुरु बख्शण जोग है, बख्श लैना जी। समाप्ति करिए। बुलाओ फतेह पाओ फतेह। वाहिगुरू जी का खालसा, वाहिगुरू जी की फतेह। वाह।